मेरा नाम शिवानी है ਅਤੇ ਮੇਰੀ ਉਮਰ 24 ਸਾਲ ਹੈ। ਮੇਰਾ ਪਤੀ ਕਿਸੇ ਹੋਰ ਸ਼ਹਿਰ ਜਾ ਰਿਹਾ ਸੀ ਜਦੋਂ ਉਸਨੇ ਮੈਨੂੰ ਆਪਣੇ ਛੋਟੇ ਭਰਾ ਦੀ ਦੇਖਭਾਲ ਕਰਨ ਲਈ ਕਿਹਾ। ਉਹ ਸਿਰਫ 12 ਸਾਲਾਂ ਦਾ ਸੀ। ਮੈਂ ਕਿਹਾ ਠੀਕ ਹੈ। ਹੁਣ ਮੈਂ ਉਸ ਨੂੰ ਹਰ ਰੋਜ਼ ਸਕੂਲ ਛੱਡਣ ਜਾਂਦੀ ਅਤੇ ਉਸ ਨੂੰ ਲੈਣ ਵੀ ਜਾਂਦੀ ਅਤੇ ਉਹ ਰਾਤ ਨੂੰ ਮੇਰੇ ਕਮਰੇ ਵਿੱਚ ਹੀ ਸੌਂਦਾ ਸੀ। ਇੱਕ ਦਿਨ ਜਦੋਂ ਮੈਂ ਉਸ ਦੇ ਅਧਿਆਪਕ ਨੂੰ ਮਿਲੀ ਤਾਂ ਮੈਂ ਇਹ ਦੇਖ ਕੇ ਡਰ ਗਈ ਕਿ ਉਹ ਮੇਰਾ ਪੁਰਾਣਾ ਪ੍ਰੇਮੀ ਸੀ। ਮੈਂ ਘਰ ਵਾਪਸ ਆ ਗਈ ਪਰ ਮੇਰੇ ਦਿਓਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਹੁਣ ਉਹ ਮੈਨੂੰ ਬਾਰ-ਬਾਰ ਬਲੈਕਮੇਲ ਕਰਦਾ ਕਿ ਉਹ ਆਪਣੇ ਭਰਾ ਨੂੰ ਦੱਸੇਗਾ। ਜੇ ਮੈਂ ਉਸ ਦੀ ਇੱਕ ਸ਼ਰਤ ਪੂਰੀ ਨਾ ਕੀਤੀ ਤਾਂ ਮੈਂ ਸੋਚਿਆ ਕਿ ਉਹ ਮੇਰੇ ਤੋਂ ਪੈਸੇ ਜਾਂ ਕੋਈ ਚੀਜ਼ ਮੰਗੇਗਾ, ਪਰ ਮੈਂ ਹੈਰਾਨ ਰਹਿ ਗਈ ਜਦੋਂ ਉਸਨੇ ਮੇਰੇ ਵਿਆਹ ਨੂੰ ਅਜੇ ਚੌਥਾ ਮਹੀਨਾ ਹੀ ਸੀ। ਜ਼ਿੰਦਗੀ ਬੜੀ ਖੁਸ਼ੀ ਨਾਲ ਚੱਲ ਰਹੀ ਸੀ। ਮੇਰੇ ਘਰ ਵਿੱਚ ਸਿਰਫ 3 ਜਣੇ ਸਨ, ਮੈਂ, ਮੇਰਾ ਪਤੀ ਅਤੇ ਮੇਰਾ ਦਿਓਰ। ਇੱਕ ਦਿਨ ਮੇਰੇ ਪਤੀ ਨੂੰ ਕਿਸੇ ਕੰਮ ਲਈ ਦੂਜੇ ਸ਼ਹਿਰ ਜਾਣਾ ਪਿਆ ਤਾਂ ਉਸਨੇ ਮੈਨੂੰ ਜਾਣ ਵੇਲੇ ਕਿਹਾ ਕਿ ਮੇਰੇ ਭਰਾ ਦਾ ਧਿਆਨ ਰੱਖਣਾ ਅਤੇ ਮੈਂ ਆਪਣੇ ਪਿਆਰ ਦਾ ਇਮਤਿਹਾਨ ਦਿੱਤਾ ਤੇ ਮੈਂ ਆਪਣੇ ਦਿਓਰ ਦਾ ਬਹੁਤ ਧਿਆਨ ਰੱਖਿਆ ਕਿਉਂਕਿ ਉਹ ਇੱਕ ਬੱਚਾ ਸੀ ਅਤੇ ਮੈਂ ਸ਼ੁਰੂ ਤੋਂ ਹੀ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ। ਮੈਂ ਉਸ ਨੂੰ ਖੁਦ ਸਕੂਲ ਛੱਡ ਕੇ ਆਉਂਦੀ ਅਤੇ ਫਿਰ ਛੁੱਟੀ ਦੇ ਸਮੇਂ ਉਸ ਨੂੰ ਲੈ ਕੇ ਆਉਂਦੀ। ਇਹ ਸਕੂਲ ਮੇਰੇ ਘਰ ਦੇ ਕੋਲ ਹੀ ਸੀ। ਮੈਨੂੰ ਆਉਣ ਅਤੇ ਜਾਣ ਵਿੱਚ ਸਿਰਫ 20 ਮਿੰਟ ਲੱਗਦੇ ਸਨ, ਪਰ ਮੈਂ ਹੈਰਾਨ ਸੀ ਕਿ ਉਹ ਵੱਡਾ ਹੋ ਰਿਹਾ ਸੀ। ਪਰ ਮੇਰੇ ਪਤੀ ਨੂੰ ਪਤਾ ਹੀ ਨਹੀਂ ਸੀ ਕਿ ਸਮੱਸਿਆ ਕੀ ਸੀ। ਉਸ ਨੂੰ ਸਮਝ ਨਹੀਂ ਆਈ ਕਿ ਮੇਰਾ ਭਰਾ ਹੁਣ ਵੱਡਾ ਹੋ ਗਿਆ ਹੈ ਅਤੇ ਉਸ ਨੂੰ ਆਪਣਾ ਖਿਆਲ ਆਪ ਰੱਖਣਾ ਚਾਹੀਦਾ ਹੈ। ਕਈ ਵਾਰ ਮੈਨੂੰ ਲੱਗਦਾ ਸੀ ਜਿਵੇਂ ਉਸ ਨੂੰ ਕਿਸੇ ਤੋਂ ਖਤਰਾ ਹੋਵੇ, ਇਸੇ ਲਈ ਉਹ ਆਪਣੇ ਭਰਾ ਨੂੰ ਇਸ ਲੁਕੋ ਕੇ ਰੱਖਦੇ ਸਨ। ਪਰ ਮੈਂ ਇਸ ਗੱਲ ਤੇ ਬਹੁਤ ਬਹਿਸ ਨਹੀਂ ਕੀਤੀ ਅਤੇ ਫਿਰ ਆਪਣੇ ਪਤੀ ਦੀ ਦੇਖਭਾਲ ਕਰਦੇ ਹੋਏ ਮੈਂ ਆਪਣੇ ਦਿਓਰ ਦਾ ਧਿਆਨ ਵੀ ਰੱਖਣਾ ਸ਼ੁਰੂ ਕਰ ਦਿੱਤਾ, ਜਿਵੇਂ ਮੇਰਾ ਪਤੀ ਰੱਖਦਾ ਹੈ ਤੇ ਜਿਵੇਂ ਉਹ ਇੱਕ ਛੋਟਾ ਬੱਚਾ ਹੋਵੇ। ਇੱਕ ਦਿਨ ਜਦੋਂ ਮੈਂ ਉਸ ਨੂੰ ਸਕੂਲ ਛੱਡਣ ਗਈ ਤਾਂ ਕੋਈ ਸੁੰਦਰ ਜਿਹਾ ਬੰਦਾ ਸਕੂਲ ਦੇ ਅੰਦਰ ਜਾ ਰਿਹਾ ਸੀ। ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਕੋਈ ਹੋਰ ਨਹੀਂ ਸੀ, ਉਹ ਮੇਰਾ ਪੁਰਾਣਾ ਪ੍ਰੇਮੀ ਸੀ। ਪਰ ਅਜਿਹਾ ਕਿਵੇਂ ਹੋ ਸਕਦਾ ਸੀ? ਇਹ ਇੱਥੇ ਕਿਵੇਂ ਸੀ? ਉਹ ਤਾਂ ਕੁਝ ਸਾਲ ਪਹਿਲਾਂ ਮਰ ਗਿਆ ਸੀ, ਫਿਰ ਉਹ ਇੱਥੇ ਕਿਵੇਂ ਆ ਗਿਆ ਤੇ ਮੇਰੇ ਸਾਹਮਣੇ ਜਿਉਂਦਾ ਤੇ ਸੁਰੱਖਿਅਤ ਕਿਵੇਂ ਖੜਾ ਹੈ? ਮੈਂ ਇਹ ਦੇਖ ਕੇ ਹੈਰਾਨ ਹੋ ਗਈ ਸੀ। ਇਹ ਸਭ ਕਿਵੇਂ ਹੋਇਆ? ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਅਤੇ ਮੈਂ ਇੱਥੇ ਮਿਲਾਂਗੇ। ਜ਼ਿੰਦਗੀ ਦੇ ਅਜੇ ਮੋੜ ਤੇ ਉਹ ਮੇਰੇ ਸਾਹਮਣੇ ਕਿਵੇਂ ਆ ਸਕਦਾ ਹੈ? ਨਹੀਂ, ਅਜਿਹਾ ਨਹੀਂ ਹੋ ਸਕਦਾ। ਇਹ ਬਿਲਕੁਲ ਸੰਭਵ ਨਹੀਂ ਹੈ। ਜਾਣੀ ਕਿ ਉਹ ਇੱਕ ਦੁਰਘਟਨਾ ਵਿੱਚ। ਇਸ ਤੋਂ ਅੱਗੇ ਮੈਂ ਕੁਝ ਸੋਚ ਹੀ ਨਹੀਂ ਸਕੀ ਅਤੇ ਮੈਂ ਅਮਨ ਨਾਲ ਆਪਣੇ ਘਰ ਆ ਗਈ। ਜਾਣੀ ਕਿ ਮੇਰਾ ਦਿਓਰ। ਜਦੋਂ ਮੈਂ ਘਰ ਆਈ ਤਾਂ ਮੈਂ ਪਸੀਨੇ ਵਿੱਚ ਭਿੱਜੀ ਹੋਈ ਸੀ। ਅਮਨ ਨੇ ਮੇਰੇ ਕੋਲ ਆ ਕੇ ਪੁੱਛਿਆ, ਭਾਬੀ ਤੈਨੂੰ ਕੀ ਹੋਇਆ? ਮੈਨੂੰ ਪੁੱਛਣ ਸਮੇਂ ਉਸਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਸੀ। ਮੈਂ ਝੱਟ ਆਪਣਾ ਚਿਹਰਾ ਨੀਵਾਂ ਕਰ ਲਿਆ ਤਾਂ ਕਿ ਉਸ ਨੂੰ ਮੇਰਾ ਰਾਜ ਪਤਾ ਨਾ ਲੱਗੇ। ਉਹ ਅਜੇ ਵੀ ਮੇਰੇ ਕੋਲ ਖੜਾ ਸੀ। ਉਸ ਨੇ ਮੈਨੂੰ ਪਾਣੀ ਪਿਲਾਇਆ। ਮੈਂ ਉਸ ਦੇ ਹੱਥੋਂ ਪਾਣੀ ਦਾ ਗਲਾਸ ਲੈ ਲਿਆ, ਪਰ ਜਿਵੇਂ ਹੀ ਮੈਂ ਉਸ ਦੇ ਚਿਹਰੇ ਵੱਲ ਦੇਖਿਆ ਤਾਂ ਪਾਣੀ ਦਾ ਗਲਾਸ ਮੇਰੇ ਹੱਥੋਂ ਡਿੱਗ ਗਿਆ ਕਿਉਂਕਿ ਅਮਨ ਦਾ ਦੇਖਣ ਦਾ ਤਰੀਕਾ ਬਿਲਕੁਲ ਵੀ 12 ਸਾਲ ਦੇ ਬੱਚੇ ਜਿਹਾ ਨਹੀਂ ਸੀ। ਉਹ ਬੜੀਆਂ ਪਿਆਸੀਆਂ ਅੱਖਾਂ ਨਾਲ ਮੇਰੇ ਵੱਲ ਦੇਖ ਰਿਹਾ ਸੀ। ਮੈਂ ਇੰਨੀ ਬੇਚੈਨ ਹੋ ਗਈ ਕਿ ਮੈਂ ਉਸ ਦਾ ਹੱਥ ਬਾਂਹ ਤੋਂ ਫੜ ਲਿਆ ਅਤੇ ਉਸ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਅਤੇ ਆਪਣੇ ਕਮਰੇ ਨੂੰ ਬੰਦ ਕਰ ਲਿਆ। ਜਦੋਂ ਮੈਂ ਬੈਠੀ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਬਹੁਤ ਬੁਰੀ ਤਰ੍ਹਾਂ ਕੰਬ ਰਹੀ ਸੀ। ਇਹ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਸੀ ਕਿ ਮੈਂ ਇੱਕ 12 ਸਾਲ ਦੇ ਮੁੰਡੇ ਤੋਂ ਇੰਨਾ ਡਰ ਗਈ ਹਾਂ। ਪਰ ਮੈਂ ਕਿਉਂ ਡਰ ਰਹੀ ਹਾਂ? ਮੈਂ ਕੋਈ ਅਪਰਾਧ ਨਹੀਂ ਕੀਤਾ ਹੈ, ਮੈਂ ਆਪਣੇ ਮਨ ਵਿੱਚ ਸੋਚਿਆ ਅਤੇ ਫਿਰ ਆਪਣੇ ਮਨ ਵਿੱਚੋਂ ਡਰ ਕੱਢ ਦਿੱਤਾ। ਫਿਰ ਇਹ ਖਿਆਲ ਮੈਨੂੰ ਪਰੇਸ਼ਾਨ ਕਰਨ ਲੱਗਾ ਕਿ ਮੈਂ ਉਸ ਤੋਂ ਇੰਨਾ ਡਰਦੀ ਕਿਉਂ ਹਾਂ। ਮੈਂ ਆਪਣੇ ਦਿਲ ਨੂੰ ਥੋੜਾ ਦਿਲਾਸਾ ਦਿੱਤਾ ਅਤੇ ਫਿਰ ਮੈਂ ਕਮਰੇ ਤੋਂ ਬਾਹਰ ਚਲੀ ਗਈ। ਅਮਨ ਵੀ ਘਰੋਂ ਬਾਹਰ ਚਲਾ ਗਿਆ ਸੀ। ਮੈਂ ਹਿੰਮਤ ਕੀਤੀ ਅਤੇ ਘਰ ਦੇ ਕੰਮ ਕਰਨ ਲੱਗ ਪਈ। ਹੁਣ ਜਦੋਂ ਘਰ ਵਿੱਚ 2 ਹੀ ਜਣੇ ਹੋਣ ਤਾਂ ਕਿੰਨਾ ਕੁ ਕੰਮ ਹੋਵੇਗਾ। ਮੈਨੂੰ ਆਪਣੇ ਪਿਤਾ ਜੀ ਦੀ ਪੁਰਾਣੀ ਗੱਲ ਯਾਦ ਆ ਗਈ ਕਿ ਮੇਰੇ ਪਿਤਾ ਜੀ ਨੇ ਸਹੀ ਕਿਹਾ ਸੀ ਕਿ ਜਿਸ ਘਰ ਵਿੱਚ 2 ਲੜਕੇ ਹੀ ਹੋਣ ਉਸ ਘਰ ਵਿੱਚ ਵਿਆਹ ਨਹੀਂ ਕਰਨਾ ਚਾਹੀਦਾ। ਪਰ ਮੇਰੀ ਮਾਂ ਨਹੀਂ ਮੰਨੀ ਤੇ ਮੇਰਾ ਇੱਥੇ ਵਿਆਹ ਕਰਵਾ ਦਿੱਤਾ।
ਹੁਣ ਮੈਨੂੰ ਆਪਣੇ ਪਿਤਾ ਜੀ ਦੇ ਉਹ ਸ਼ਬਦ ਬਹੁਤ ਯਾਦ ਆਉਂਦੇ ਹਨ ਕਿ ਜੇਕਰ ਕਿਸੇ ਨੇ ਪਿਤਾ ਜੀ ਦੀ ਇਸ ਗੱਲ ਨੂੰ ਉਸ ਸਮੇਂ ਸਮਝ ਲਿਆ ਹੁੰਦਾ ਤਾਂ ਅੱਜ ਸਥਿਤੀ ਬਿਲਕੁਲ ਵੱਖਰੀ ਹੋਣੀ ਸੀ। ਜਦੋਂ ਮੇਰਾ ਵਿਆਹ ਮੋਹਨ ਨਾਲ ਹੋਇਆ ਤਾਂ ਉਸ ਨੇ ਮੇਰਾ ਬਹੁਤ ਖਿਆਲ ਰੱਖਿਆ ਅਤੇ ਹੁਣ ਤੱਕ ਅਜਿਹਾ ਹੀ ਚੱਲ ਰਿਹਾ ਸੀ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਸ ਨੂੰ ਹੋਰ ਮਿਹਨਤ ਕਰਨੀ ਪਈ, ਜਿਸ ਕਾਰਨ ਉਸ ਨੂੰ ਆਪਣੀ ਪਿਛਲੀ ਨੌਕਰੀ ਛੱਡਣੀ ਪਈ। ਤੇ ਹੁਣ ਜਦੋਂ ਉਸ ਨੇ ਦੂਜੀ ਨੌਕਰੀ ਜੁਆਇਨ ਕਰ ਲਈ ਸੀ ਤਾਂ ਜੁਆਇਨ ਹੋਏ ਨੂੰ ਅਜੇ ਕੁਝ ਹੀ ਦਿਨ ਹੋਏ ਸਨ ਤੇ ਉਸ ਨੂੰ ਸ਼ਹਿਰੋਂ ਬਾਹਰ ਜਾਣਾ ਪਿਆ। ਪਰ ਸ਼ੁਰੂ ਵਿੱਚ ਜਦੋਂ ਉਹ ਸ਼ਹਿਰ ਤੋਂ ਬਾਹਰ ਜਾਂਦਾ ਸੀ ਤਾਂ ਜਲਦੀ ਹੀ ਘਰ ਵਾਪਸ ਆ ਜਾਂਦਾ ਸੀ। ਪਰ ਇਸ ਵਾਰ ਉਸ ਨੇ ਕੁਝ ਜ਼ਿਆਦਾ ਦਿਨ ਲਈ ਬਾਹਰ ਜਾਣਾ ਸੀ, ਇਸ ਲਈ ਮੈਨੂੰ ਥੋੜਾ ਡਰ ਲੱਗ ਰਿਹਾ ਸੀ। ਪਹਿਲਾਂ ਤਾਂ ਮੈਂ ਉਸ ਨੂੰ ਕਿਹਾ ਕਿ ਜਾਣ ਦੀ ਕੋਈ ਲੋੜ ਨਹੀਂ, ਪਰ ਉਸ ਨੇ ਮੈਨੂੰ ਕਿਹਾ ਕਿ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਮੇਰਾ ਕੰਮ ਹੈ, ਜਿਸ ਲਈ ਮੈਂ ਉਹਨਾਂ ਨੂੰ ਇਨਕਾਰ ਨਹੀਂ ਕਰ ਸਕਦਾ। ਇਸ ਲਈ ਮੈਨੂੰ ਕਿਸੇ ਵੀ ਕੀਮਤ ਤੇ ਜਾਣਾ ਪਵੇਗਾ। ਹੁਣ ਮੈਂ ਕੀ ਕਰ ਸਕਦੀ ਸੀ? ਹੁਣ ਮਾਂ ਵੀ ਇਸ ਦੁਨੀਆ ਵਿੱਚ ਨਹੀਂ ਸੀ ਕਿ ਮੈਂ ਉਸ ਨੂੰ ਬੁਲਾ ਸਕਾਂ। ਭਾਬੀ ਤੇ ਭੈਣਾਂ ਆਪੋ ਆਪਣੇ ਘਰਾਂ ਵਿੱਚ ਰੁੱਝੀਆਂ ਹੋਈਆਂ ਸਨ। ਹੁਣ ਮੈਂ ਕਿਸ ਨੂੰ ਆਪਣੇ ਕੋਲ ਬੁਲਾਵਾਂਗੀ? ਇਸ ਲਈ ਮੈਂ ਚੁੱਪ ਕਰਕੇ ਆਪਣੇ ਪਤੀ ਦੀ ਉਡੀਕ ਕਰਨ ਲੱਗੀ। ਪਰ ਮੈਨੂੰ ਨਹੀਂ ਪਤਾ ਸੀ ਕਿ ਜੇ ਉਹ ਕੁਝ ਦਿਨ ਸ਼ਹਿਰ ਤੋਂ ਬਾਹਰ ਬਿਤਾਉਣਗੇ ਤਾਂ ਮੇਰੀ ਜ਼ਿੰਦਗੀ ਇੰਨੀ ਔਖੀ ਹੋ ਜਾਵੇਗੀ। ਇੱਕ ਦਿਨ ਜਦੋਂ ਮੈਂ ਆਪਣੇ ਦਿਓਰ ਨੂੰ ਸਕੂਲ ਛੱਡਣ ਗਈ ਤਾਂ ਉਹ ਉੱਥੇ ਖੜਾ ਸੀ ਅਤੇ ਮੇਰੇ ਵੱਲ ਦੇਖਦਾ ਰਿਹਾ ਸੀ। ਮੇਰੇ ਦਿਓਰ ਨੇ ਇਹ ਗੱਲ ਨੋਟ ਕਰ ਲਈ ਸੀ। ਮੈਂ ਛੇਤੀ ਨਾਲ ਸਕੂਲ ਦੇ ਅੰਦਰ ਚਲੀ ਗਈ ਕਿਉਂਕਿ ਅੱਜ ਮੇਰੇ ਦਿਓਰ ਦੇ ਸਕੂਲ ਵਿੱਚ ਮਾਪਿਆਂ ਦੀ ਮੀਟਿੰਗ ਸੀ। ਹੁਣ ਮੇਰੀ ਸੱਸ ਵੀ ਨਹੀਂ ਸੀ, ਇਸੇ ਲਈ ਮੈਂ ਉਸ ਦੀ ਮਾਂ ਦੇ ਥਾਂ ਉਸ ਦੇ ਸਕੂਲ ਵਿੱਚ ਗਈ ਸੀ। ਜਿਵੇਂ ਹੀ ਮੈਂ ਮੀਟਿੰਗ ਰੂਮ ਵਿੱਚ ਬੈਠੀ ਸੀ, ਜਦੋਂ ਉਸ ਦੀ ਨਜ਼ਰ ਮੇਰੇ ਤੇ ਪਈ ਤਾਂ ਉਹ ਝੱਟ ਉੱਠ ਕੇ ਖੜਾ ਹੋ ਗਿਆ। ਉਸ ਦੇ ਚਿਹਰੇ ਤੇ ਮੁਸਕਰਾਹਟ ਉਹੀ ਸੀ ਜੋ ਕੁਝ ਸਾਲਾਂ ਪਹਿਲਾਂ ਹੁੰਦੀ ਸੀ। ਸਭ ਕੁਝ ਉਸੇ ਤਰ੍ਹਾਂ ਸੀ, ਉਹ ਬਿਲਕੁਲ ਨਹੀਂ ਬਦਲਿਆ ਸੀ, ਸਿਵਾਏ ਹੁਣ ਉਸ ਦੇ ਚਿਹਰੇ ਤੇ ਹਲਕੀ ਜਿਹੀ ਉਦਾਸੀ ਸੀ। ਉਹ ਬਚਪਨ ਹੁਣ ਨਹੀਂ ਰਿਹਾ ਸੀ। ਮੈਂ ਝੱਟ ਮੂੰਹ ਨੀਵਾਂ ਕਰ ਲਿਆ, ਪਰ ਸ਼ਾਇਦ ਬਹੁਤ ਦੇਰ ਹੋ ਚੁੱਕੀ ਸੀ। ਪਤਾ ਨਹੀਂ ਕਿੰਨੀ ਦੇਰ ਉਹ ਮੈਨੂੰ ਇਸ ਤਰ੍ਹਾਂ ਦੇਖਦਾ ਰਿਹਾ। ਫਿਰ ਅਮਨ ਨੇ ਜਦੋਂ ਉਸ ਨੂੰ ਸਰ ਕਹਿ ਕੇ ਬੁਲਾਇਆ ਤਾਂ ਉਸ ਨੇ ਮੇਰੇ ਤੋਂ ਧਿਆਨ ਹਟਾ ਲਿਆ। ਉਸ ਨੇ ਕਿਹਾ, ਸਰ, ਇਹ ਮੇਰੀ ਭਰਜਾਈ ਹੈ। ਅਮਨ ਨੇ ਮੇਰੀ ਜਾਣ ਪਛਾਣ ਕਰਵਾਈ। ਉਹ ਥੋੜਾ ਜਿਹਾ ਹੋਸ਼ ਵਿੱਚ ਆਇਆ ਅਤੇ ਮੇਰੇ ਨਾਲ ਬੜੇ ਸਤਿਕਾਰ ਨਾਲ ਗੱਲ ਕਰਨ ਲੱਗਾ। ਮੈਂ ਬਹੁਤ ਉਲਝਣ ਵਿੱਚ ਸੀ। ਪਤਾ ਨਹੀਂ ਕਿਉਂ ਮੈਂ ਆਪਣੇ ਅਤੀਤ ਵਿੱਚ ਗੁਆਚ ਗਈ ਸੀ। ਪਤਾ ਨਹੀਂ ਅਮਨ ਨੇ ਉਸ ਦੀਆਂ ਅੱਖਾਂ ਵਿੱਚੋਂ ਕੀ ਸਮਝ ਲਿਆ ਸੀ। ਮੈਂ ਥੋੜੀ ਜਿਹੀ ਗੱਲ ਕੀਤੀ ਅਤੇ ਫਿਰ ਅਮਨ ਨੂੰ ਕਿਹਾ ਕਿ ਹੁਣ ਆਪਾਂ ਘਰ ਚੱਲੀਏ, ਘਰ ਵਿੱਚ ਬਹੁਤ ਕੰਮ ਹੈ। ਪਰ ਪਤਾ ਨਹੀਂ ਕਦੋਂ ਉਸ ਦੇ ਸਰ ਨੇ ਸਾਡੇ ਲਈ ਖਾਣ ਪੀਣ ਦਾ ਸਮਾਨ ਮੰਗਵਾਇਆ। ਅਮਨ ਖਾਂਦਾ ਰਿਹਾ ਤੇ ਆਖਣ ਲੱਗਾ ਕਿ ਭਾਬੀ, ਤੁਸੀਂ ਹਰ ਰੋਜ਼ ਮੇਰੇ ਨਾਲ ਆਇਆ ਕਰੋ। ਸਰ ਨੇ ਤਾਂ ਅੱਜ ਮੈਨੂੰ ਬਹੁਤ ਮौज ਕਰਵਾ ਦਿੱਤੀ। ਮੈਂ ਹਿੰਮਤ ਕਰਦਿਆਂ ਥੋੜਾ ਜਿਹਾ ਖਾਣਾ ਖਾਧਾ ਅਤੇ ਫਿਰ ਉੱਠ ਕੇ ਬਾਹਰ ਆ ਗਈ। ਅਮਨ ਕਾਫੀ ਦੇਰ ਬਾਅਦ ਬਾਹਰ ਆਇਆ। ਇਸ ਤੋਂ ਪਹਿਲਾਂ ਉਸ ਦਾ ਉਹੀ ਸਰ ਮੇਰੇ ਮਗਰ ਆ ਗਿਆ ਸੀ। ਮੈਂ ਪਹਿਲਾਂ ਹੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਜਲਦੀ ਨਾਲ ਆਟੋ ਵਿੱਚ ਬੈਠ ਗਈ ਤੇ ਅਮਨ ਵੱਲ ਇਸ਼ਾਰਾ ਕੀਤਾ ਜੋ ਆਪਣੇ ਦੋਸਤ ਨਾਲ ਖੜਾ ਸੀ। ਅਸੀਂ ਘਰ ਵਾਪਸ ਆ ਗਏ। ਘਬਰਾਹਟ ਕਾਰਨ ਮੇਰਾ ਬੁਰਾ ਹਾਲ ਹੋ ਰਿਹਾ ਸੀ। ਅਮਨ ਨੇ ਘਰ ਆ ਕੇ ਮੈਨੂੰ ਕਿਹਾ, ਭਾਬੀ, ਕੀ ਗੱਲ ਸੀ? ਮੈਂ ਉਸ ਨੂੰ ਪੁੱਛਿਆ ਕਿ ਅਮਨ, ਤੂੰ ਕਿਸ ਬਾਰੇ ਗੱਲ ਕਰ ਰਿਹਾ ਹਾਂ? ਤਾਂ ਉਸ ਨੇ ਕਿਹਾ, ਮੈਂ ਸਰ ਹਰਸ਼ ਦੀ ਗੱਲ ਕਰ ਰਿਹਾ ਹਾਂ। ਉਹ ਕਿੰਨੇ ਚੰਗੇ ਹਨ, ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਹੋ? ਮੈਂ ਕਿਹਾ, ਨਹੀਂ ਨਹੀਂ, ਮੈਂ ਉਹਨਾਂ ਨੂੰ ਨਹੀਂ ਜਾਣਦੀ, ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ। ਤਾਂ ਉਸ ਨੇ ਕਿਹਾ, ਠੀਕ ਹੈ ਭਾਬੀ, ਆਰਾਮ ਕਰੋ, ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ? ਮੈਂ ਕਿਹਾ, ਮੈਨੂੰ ਤੁਹਾਡੇ ਭਰਾ ਦੀ ਚਿੰਤਾ ਹੈ, ਪਤਾ ਨਹੀਂ ਉਹ ਕਦੋਂ ਵਾਪਸ ਆਉਣਗੇ। ਮੈਂ ਬੜੀ ਚਿੰਤਾ ਨਾਲ ਕਿਹਾ। ਗੱਲ ਕਰਨ ਤੋਂ ਬਾਅਦ ਉਹ ਮੇਰੇ ਤੇ ਤਾਨੇ ਮਿਹਣੇ ਮਾਰਦੇ ਹੋਏ ਬੋਲਿਆ ਕਿ ਭਾਬੀ, ਕੀ ਹੋਇਆ? ਜੇ ਭਰਾ ਇੱਥੇ ਨਹੀਂ ਹੈ ਤਾਂ ਹਰਸ਼ ਸਰ ਤਾਂ ਹੈ। ਉਸਨੇ ਅਜਾ ਇਸ ਲਈ ਕਿਹਾ ਤਾਂ ਜੋ ਮੈਂ ਸਮਝ ਸਕਾਂ ਕਿ ਉਸ ਨੂੰ ਸਭ ਕੁਝ ਪਤਾ ਹੈ। ਮੈਂ ਇੰਨਾ ਡਰ ਗਈ। ਮੈਂ ਉਸ ਅੱਗੇ ਹੱਥ ਜੋੜ ਕੇ ਉਸ ਨੂੰ ਕਿਹਾ ਕਿ ਰੱਬ ਦਾ ਵਾਸਤਾ ਕਿਸੇ ਨੂੰ ਨਾ ਦੱਸਣਾ। ਫਿਰ ਉਸਨੇ ਮੈਨੂੰ ਕਿਹਾ ਕਿ ਇਹ ਮੇਰੇ ਤੇ ਨਿਰਭਰ ਕਰਦਾ ਹੈ ਕਿ ਮੈਂ ਇਹ ਰਾਜ ਕਦੋਂ ਤੱਕ ਆਪਣੇ ਮਨ ਵਿੱਚ ਰੱਖ ਸਕਦਾ ਹਾਂ। ਪਰ ਭਾਬੀ, ਤੈਨੂੰ ਦੇਖ ਕੇ ਮੈਨੂੰ ਲੱਗਦਾ ਨਹੀਂ ਸੀ
ਕਿ ਤੂੰ ਇਹੋ ਜਿਹੀ ਹੈ। ਮੈਂ ਤਾਂ ਤੈਨੂੰ ਬਹੁਤ ਸਾਦੀ ਸਮਝਦਾ ਸੀ ਤੇ ਤੂੰ ਵੀ ਇਹੋ ਜਿਹੀ ਨਿਕਲੀ। ਤੇ ਆਪਣੇ ਸਮੇਂ ਵਿੱਚ ਤੂੰ ਪਤਾ ਨਹੀਂ ਕੀ ਕੁਝ ਕੀਤਾ ਸੀ। ਤੁਸੀਂ ਵੇਖੋ ਕਿਵੇਂ ਪਰਦੇ ਉੱਠ ਰਹੇ ਹਨ ਅਤੇ ਕਿਵੇਂ ਭੇਦ ਖੁੱਲ ਰਹੇ ਹਨ। ਪਰ ਕੋਈ ਗੱਲ ਨਹੀਂ, ਜੋ ਤੁਸੀਂ ਮੇਰਾ ਇੱਕ ਕੰਮ ਕਰੋ ਤਾਂ ਮੈਂ ਇਹ ਰਾਜ ਕਿਸੇ ਨੂੰ ਨਹੀਂ ਦੱਸਾਂਗਾ, ਪਰ ਇਸ ਦੇ ਲਈ ਤੁਹਾਨੂੰ ਮੇਰੀ ਇੱਕ ਸ਼ਰਤ ਪੂਰੀ ਕਰਨੀ ਪਵੇਗੀ। ਮੈਂ ਇੰਨਾ ਡਰ ਗਈ ਕਿ ਮੈਂ ਉਸ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ। ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੀਆਂ ਸਾਰੀਆਂ ਸ਼ਰਤਾਂ ਮੰਨਦੀ ਹਾਂ, ਕਿਉਂਕਿ ਮੇਰੇ ਮਨ ਵਿੱਚ ਇਹੀ ਸੀ ਕਿ ਉਹ ਮੇਰੇ ਤੋਂ ਪੈਸੇ ਜਾਂ ਕੋਈ ਕੀਮਤੀ ਚੀਜ਼ ਮੰਗੇਗਾ। ਮੈਂ ਕਿਹਾ ਕਿ ਅਮਨ, ਤੂੰ ਦੱਸ, ਜੋ ਚਾਹੇ ਮੈਂ ਤੈਨੂੰ ਦੇ ਦਿਆਂਗੀ। ਮੇਰੇ ਇੰਨਾ ਜੋੜੇ ਹੋਏ ਹੱਥਾਂ ਨੂੰ ਦੇਖ, ਰੱਬ ਦਾ ਵਾਸਤਾ ਕਿਸੇ ਨੂੰ ਨਾ ਦੱਸੀ। ਅਮਨ ਨੇ ਕਿਹਾ, ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗਾ, ਪਰ ਇਹ ਸ਼ਰਤ ਮੈਂ ਤੁਹਾਨੂੰ ਪਰਸੋਂ ਹੀ ਦੱਸਾਂਗਾ। ਮੈਂ ਕਿਹਾ, ਅੱਜ ਹੀ ਦੱਸ ਦਿਓ, ਕਿਉਂਕਿ ਮੈਂ ਇਸ ਕੰਮ ਵਿੱਚ ਹੋਰ ਦੇਰੀ ਨਹੀਂ ਕਰਨਾ ਚਾਹੁੰਦੀ। ਭਾਬੀ, ਮੈਂ ਅੱਜ ਕਿਸੇ ਬਹੁਤ ਜ਼ਰੂਰੀ ਕੰਮ ਲਈ ਬਾਹਰ ਜਾ ਰਿਹਾ ਹਾਂ। ਮੈਂ ਤੁਹਾਨੂੰ ਪਰਸੋਂ ਜ਼ਰੂਰ ਦੱਸਾਂਗਾ, ਤੁਸੀਂ ਇੰਨਾ ਬੇਚੈਨ ਨਾ ਹੋ। ਇਹ ਕਹਿ ਕੇ ਉਹ ਬਾਹਰ ਚਲਾ ਗਿਆ ਅਤੇ ਮੈਨੂੰ ਸਾਰੀ ਰਾਤ ਬੇਚੈਨੀ ਵਿੱਚ ਛੱਡ ਦਿੱਤਾ। ਖੈਰ, ਮੈਂ ਹਿੰਮਤ ਕੀਤੀ ਅਤੇ ਆਪਣਾ ਘਰ ਦਾ ਕੰਮ ਕੀਤਾ। ਇਸੇ ਪਲ ਮੋਹਨ ਦਾ ਫੋਨ ਆਇਆ ਤੇ ਮੇਰਾ ਸਰੀਰ ਬੁਰੀ ਤਰ੍ਹਾਂ ਕੰਬਣ ਲੱਗਾ। ਮੈਂ ਸੋਚਿਆ ਕਿ ਸ਼ਾਇਦ ਅਮਨ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ। ਕਾਫੀ ਦੇਰ ਤੱਕ ਘੰਟੀ ਵੱਜਣ ਤੋਂ ਬਾਅਦ ਵੀ ਮੈਂ ਉਸ ਦੀ ਕਾਲ ਨਹੀਂ ਚੁੱਕੀ ਅਤੇ ਉਸ ਨੇ ਆਪਣੇ ਆਪ ਹੀ ਫੋਨ ਕੱਟ ਦਿੱਤਾ। ਸਾਰਾ ਦਿਨ ਬਾਹਰ ਘੁੰਮਣ ਤੋਂ ਬਾਅਦ ਜਦੋਂ ਅਮਨ ਘਰ ਵਾਪਸ ਆਇਆ ਤਾਂ ਮੈਂ ਉਸ ਦੀ ਉਡੀਕ ਕਰ ਰਹੀ ਸੀ। ਉਸ ਨੇ ਮੈਨੂੰ ਕਿਹਾ ਕਿ ਭਾਬੀ, ਮੈਂ ਤੁਹਾਨੂੰ ਪਰਸੋਂ ਸ਼ਰਤ ਦੱਸਾਂਗਾ ਅਤੇ ਮੈਂ ਆਪਣੇ ਦੋਸਤਾਂ ਨਾਲ ਰਾਤ ਦਾ ਖਾਣਾ ਬਾਹਰ ਖਾ ਲਿਆ ਹੈ। ਇਸ ਲਈ ਤੁਸੀਂ ਆਪਣੇ ਕਮਰੇ ਵਿੱਚ ਜਾ ਕੇ ਸੋ ਜਾਓ। ਭਰਾ ਕੱਲ ਜਾਂ ਪਰਸੋਂ ਆ ਜਾਵੇਗਾ। ਇਹ ਗੱਲ ਉਹ ਇਸ ਤਰ੍ਹਾਂ ਕਹਿ ਰਿਹਾ ਸੀ ਕਿ ਮੈਂ ਉਸ ਦੀ ਉਮਰ ਅਤੇ ਉਸ ਦੇ ਸੁਭਾਅ ਦਾ ਅੰਦਾਜ਼ਾ ਲਗਾਉਣ ਲੱਗੀ। ਮੈਂ ਆਪਣੇ ਕਮਰੇ ਵਿੱਚ ਗਈ ਅਤੇ ਸਾਰੀ ਰਾਤ ਬੇਚੈਨੀ ਵਿੱਚ ਰਹੀ। ਮੈਂ ਨਾ ਤਾਂ ਚੰਗੀ ਤਰ੍ਹਾਂ ਖਾ ਸਕਦੀ ਸੀ, ਨਾ ਹੀ ਪੀ ਸਕਦੀ ਸੀ। ਪਤਾ ਨਹੀਂ ਮੈਨੂੰ ਕਿਉਂ ਲੱਗਾ ਕਿ ਮੇਰੇ ਨਾਲ ਵਾਲੇ ਕਮਰੇ ਵਿੱਚ ਕੋਈ ਗੱਲ ਕਰ ਰਿਹਾ ਹੈ। ਸਾਡੇ ਘਰ ਦੇ ਸਾਰੇ ਕਮਰੇ ਨਾਲ ਹੀ ਸਨ। ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਆਵਾਜ਼ ਸੁਣਨ ਲੱਗੀ। ਇਸ ਲਈ ਮੈਂ ਆਪਣੇ ਕਮਰੇ ਦੀ ਕੰਧ ਦੀ ਮੋਰੀ ਰਾਹੀਂ ਗੱਲਾਂ ਨੂੰ ਸੁਣਨ ਦੀ ਕੋਸ਼ਿਸ਼ ਕੀਤੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰਾ ਦਿਓਰ ਅਗਲੇ ਕਮਰੇ ਵਿੱਚ ਇੱਕ ਔਰਤ ਦੇ ਨੇੜੇ ਬੈਠਾ ਸੀ। ਔਰਤ ਉਸ ਦੇ ਨਾਲ ਚਿਪਕ ਕੇ ਬੈਠੀ ਸੀ ਅਤੇ ਉਹ ਬਾਰ-ਬਾਰ ਉਸ ਦੇ ਕੰਨਾਂ ਵਿੱਚ ਕੁਝ ਬੋਲ ਰਿਹਾ ਸੀ। ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਿਹਾ। ਪਹਿਲਾਂ ਤਾਂ ਮੇਰਾ ਮਨ ਕੀਤਾ ਕਿ ਮੈਂ ਹੁਣੇ ਉਸ ਕੋਲ ਜਾਵਾਂ ਤੇ ਉਸ ਦਾ ਹੱਥ ਫੜ ਕੇ ਉਸ ਦੇ ਮੂੰਹ ਤੇ ਇੰਨੇ ਥੱਪੜ ਮਾਰਾਂ ਕਿ ਉਹ ਗਿਣ ਨਾ ਸਕੇ। ਪਰ ਅਗਲੇ ਹੀ ਪਲ ਮੈਨੂੰ ਇਹ ਖਿਆਲ ਆਇਆ ਕਿ ਅਮਨ ਬਹੁਤ ਚਲਾਕ ਹੈ। ਅਜਿਹਾ ਨਾ ਹੋਵੇ ਕਿ ਮੇਰੇ ਜਾਣ ਤੋਂ ਪਹਿਲਾਂ ਹੀ ਉਹ ਇਸ ਔਰਤ ਨੂੰ ਇੱਧਰ ਉੱਧਰ ਲੁਕੋ ਦੇਵੇ ਅਤੇ ਫਿਰ ਉਹ ਇਸ ਗੱਲ ਨੂੰ ਸਵੀਕਾਰ ਨਾ ਕਰੇ ਅਤੇ ਕਹੇ ਕਿ ਮੈਂ ਕੁਝ ਨਹੀਂ ਕੀਤਾ। ਇਸ ਲਈ ਮੈਂ 1-2 ਦਿਨ ਇੰਤਜ਼ਾਰ ਕਰਨ ਬਾਰੇ ਸੋਚਿਆ ਕਿ ਜੇਕਰ ਮੈਂ ਉਸ ਨੂੰ ਦੁਬਾਰਾ ਇਸ ਹਾਲਤ ਵਿੱਚ ਦੇਖਿਆ ਤਾਂ ਮੈਂ ਉਸ ਨੂੰ ਕਦੇ ਮਾਫ ਨਹੀਂ ਕਰਾਂਗੀ। ਖੈਰ, ਇਹ ਰਾਤ ਬਹੁਤ ਮੁਸ਼ਕਲਾਂ ਨਾਲ ਕੱਟੀ ਗਈ ਸੀ। ਕੱਲ ਗੁੱਡ ਫਰਾਈਡੇ ਸੀ, ਇਸ ਲਈ ਉਸਨੇ ਸਕੂਲ ਨਹੀਂ ਜਾਣਾ ਸੀ। ਉਸ ਨੂੰ ਸਕੂਲ ਦੀ ਛੁੱਟੀ ਸੀ, ਇਸ ਲਈ ਮੈਂ ਵੀ ਬਿਨਾਂ ਕਿਸੇ ਚਿੰਤਾ ਦੇ ਸੌਂ ਰਹੀ ਸੀ। ਪਰ ਜਿਵੇਂ ਹੀ ਮੈਨੂੰ ਯਾਦ ਆਇਆ, ਮੈਂ ਝੱਟ ਉੱਠੀ ਅਤੇ ਜਾ ਕੇ ਅਮਨ ਨੂੰ ਜਗਾਇਆ। ਉਹ ਘਬਰਾਹਟ ਵਿੱਚ ਉੱਠਿਆ ਅਤੇ ਕਿਹਾ ਕਿ ਭਾਬੀ, ਘੱਟੋ ਘੱਟ ਮੈਨੂੰ ਛੁੱਟੀ ਵਾਲੇ ਦਿਨ ਤਾਂ ਆਰਾਮ ਨਾਲ ਸੌਣ ਦਿਆ ਕਰੋ। ਮੈਂ ਕਹਿ ਰਹੀ ਸੀ ਕਿ ਮੈਂ ਗਰਮ ਨਾਸ਼ਤਾ ਬਣਾਉਣ ਜਾ ਰਹੀ ਹਾਂ, ਤੁਸੀਂ ਵੀ ਖਾ ਲਓ। ਉਹ ਮੇਰੇ ਮੂੰਹ ਵੱਲ ਦੇਖਣ ਲੱਗਾ, ਫਿਰ ਬਿਨਾਂ ਕੁਝ ਕਹੇ ਉਹ ਮੇਰੇ ਪਿੱਛੇ ਰਸੋਈ ਵਿੱਚ ਚਲਾ ਗਿਆ। ਉਹ ਉੱਥੇ ਇੱਕ ਕੁਰਸੀ ਤੇ ਬੈਠ ਗਿਆ ਅਤੇ ਖਾਣਾ ਖਾਣ ਲੱਗਾ। ਮੈਂ ਉਸ ਨੂੰ ਪੁੱਛਿਆ, ਕੀ ਗੱਲ ਹੈ ਅਮਨ, ਕੀ ਤੁਸੀਂ ਸਾਰੀ ਰਾਤ ਸੁੱਤੇ ਨਹੀਂ? ਮੈਂ ਉਸ ਨੂੰ ਵੈਸੇ ਹੀ ਪੁੱਛ ਲਿਆ ਸੀ, ਪਰ ਉਸ ਨੇ ਮੇਰੀ ਗੱਲ ਨੂੰ ਗਲਤ ਸਮਝਿਆ ਅਤੇ ਕਿਹਾ ਕਿ ਭਾਬੀ, ਰਾਤ ਨੂੰ ਕਿਸੇ ਦੀਆਂ ਯਾਦਾਂ ਵਿੱਚ ਜਾਗਣਾ ਤੁਹਾਡਾ ਕੰਮ ਹੈ। ਮੈਂ ਰਾਤ ਨੂੰ ਜਾਗ ਕੇ ਕੀ ਕਰਾਂਗਾ? ਮੈਂ ਇੱਕ ਮਾਸੂਮ ਬੱਚਾ। ਮੈਂ ਇਸ ਗੱਲ ਤੋਂ ਬਹੁਤ ਸ਼ਰਮਿੰਦਾ ਹੋ ਗਈ ਅਤੇ ਹੋਰ ਕੁਝ ਵੀ ਨਹੀਂ ਬੋਲ ਸਕੀ। ਉਹ ਬੜੀ ਖੁਸ਼ੀ ਨਾਲ ਨਾਸ਼ਤਾ ਕਰਨ ਲੱਗਾ ਅਤੇ ਜਦੋਂ ਉਸ ਦਾ ਪੇਟ ਭਰ ਗਿਆ ਤਾਂ ਉਸਨੇ ਮੈਨੂੰ ਉਸ ਦੀ ਗੱਲ ਸੁਣਨ ਲਈ ਕਿਹਾ, ਤੁਸੀਂ ਐਵੇਂ ਨਾ ਡਰ ਜਾਇਆ ਕਰੋ ਭਾਬੀ, ਤੁਸੀਂ ਬਹੁਤ ਚੰਗੇ ਹੋ ਅਤੇ ਤੁਸੀਂ ਮੇਰੀ ਸ਼ਰਤ ਸੁਣੋ। ਮੈਂ ਇਹ ਗੱਲ ਆਪਣੇ ਭਰਾ ਨੂੰ ਸਿਰਫ ਇੱਕ ਸ਼ਰਤ ਤੇ ਨਹੀਂ ਦੱਸਾਂਗਾ, ਜੇ ਤੁਸੀਂ ਮੇਰੀ ਗੱਲ ਮੰਨ ਲਓ। ਅਤੇ ਇਸ ਤੋਂ ਬਾਅਦ ਜੋ ਕੁਝ ਵੀ ਅਮਨ ਨੇ ਮੈਨੂੰ ਕਿਹਾ, ਸੁਣਨ ਦੀ ਹਿੰਮਤ ਕਿੱਥੋਂ ਆਈ? ਮੈਂ ਇਹ ਗੱਲ ਕਿਵੇਂ ਸੁਣੀ
ਅਤੇ ਮੈਂ ਇਸ ਨੂੰ ਕਿਵੇਂ ਬਰਦਾਸ਼ਤ ਕੀਤਾ, ਸਿਰਫ ਮੇਰਾ ਰੱਬ ਹੀ ਜਾਣਦਾ ਹੈ। ਮੈਂ ਕਿਹਾ, ਅਮਨ ਤੈਨੂੰ ਸ਼ਰਮ ਕਿਉਂ ਨਹੀਂ ਆਈ? ਇਹ ਗੱਲ ਕਹਿੰਦਿਆਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਤੇਜ਼ੀ ਨਾਲ ਵਹਿ ਤੁਰੇ। ਮੈਂ ਲਗਾਤਾਰ ਉਸ ਵੱਲ ਦੇਖ ਰਹੀ ਸੀ ਤਾਂ ਜੋ ਉਸ ਨੇ ਜੋ ਕਿਹਾ ਸੀ ਉਸ ਤੋਂ ਉਹ ਸ਼ਰਮਿੰਦਾ ਹੋ ਜਾਵੇ ਤੇ ਉਹ ਸਮਝ ਸਕੇ ਕਿ ਮੈਂ ਸਿਰਫ ਉਸ ਦੀ ਭਾਬੀ ਹੀ ਨਹੀਂ ਸਗੋਂ ਮਾਂ ਵਰਗੀ ਹਾਂ। ਮੈਂ ਹਮੇਸ਼ਾ ਇੱਕ ਮਾਂ ਦੀ ਤਰ੍ਹਾਂ ਸਲੂਕ ਕੀਤਾ, ਪਰ ਕੀ ਦਿਓਰ ਭਾਬੀ ਮਾਂ ਵਰਗੇ ਰਿਸ਼ਤੇ ਨੂੰ ਸਮਝ ਸਕਦੇ ਹਨ? ਉਹ ਕਦੇ ਨਹੀਂ ਸਮਝਦੇ। ਤਾਂ ਹੀ ਇਸ ਘਟੀਆ ਵਿਅਕਤੀ ਨੇ ਇੰਨੀ ਛੋਟੀ ਉਮਰ ਵਿੱਚ ਅਜਿਹਾ ਘਟੀਆ ਕੰਮ ਕੀਤਾ। ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਕੀ ਕਹਿ ਰਹੇ ਹੋ? ਉਸਨੇ ਕਿਹਾ, ਹਾਂ ਮੈਂ ਜਾਣਦਾ ਹਾਂ ਕਿ ਮੈਂ ਕੀ ਕਹਿ ਰਿਹਾ ਹਾਂ। ਮੈਂ ਉਹੀ ਕਹਿ ਰਿਹਾ ਹਾਂ ਜੋ ਤੁਸੀਂ ਸੁਣ ਰਹੇ ਹੋ। ਜੇ ਤੁਸੀਂ ਧਿਆਨ ਨਹੀਂ ਦਿੱਤਾ ਕਿ ਮੈਂ ਕੀ ਕਿਹਾ ਹੈ ਤਾਂ ਤੁਸੀਂ ਖੁਦ ਇਸ ਲਈ ਜ਼ਿੰਮੇਵਾਰ ਹੋਵੋਗੇ। ਬਿਲਕੁਲ ਇਹੋ ਗੱਲ ਸੀ ਕਿ ਸਾਹਮਣੇ ਖੂਹ ਸੀ ਤੇ ਪਿੱਛੇ ਖਾਈ। ਜੇ ਮੈਂ ਉਸ ਦੀ ਗੱਲ ਨਹੀਂ ਮੰਨਦੀ ਤਾਂ ਵੀ ਮੈਂ ਹੀ ਫਸਦੀ ਹਾਂ ਅਤੇ ਜੇ ਮੈਂ ਮੰਨਦੀ ਹਾਂ ਤਾਂ ਵੀ ਮੈਂ ਹੀ ਮਰਦੀ ਹਾਂ। ਇਸ ਲਈ ਮੈਂ ਕਾਫੀ ਸੋਚਣ ਤੋਂ ਬਾਅਦ ਫੈਸਲਾ ਕੀਤਾ ਕਿ ਅਜਿਹਾ ਜ਼ਿੰਦਗੀ ਨਾਲੋਂ ਮੌਤ ਬਿਹਤਰ ਹੈ। ਮੇਰੀਆਂ ਅੱਖਾਂ ਵਿੱਚੋਂ ਹੰਝੂ ਮੇਰੀਆਂ ਗੱਲਾਂ ਤੇ ਵਹਿ ਤੁਰੇ ਅਤੇ ਮੈਂ ਬਸ ਇਹੀ ਕਹਿ ਰਹੀ ਸੀ ਕਿ ਪਰਮਾਤਮਾ ਮੇਰੀ ਮਦਦ ਕਰ। ਮੈਂ ਕੀ ਕਰਾਂ? ਮੈਂ ਉਸੇ ਰਸੋਈ ਦੇ ਮੇਜ਼ ਤੇ ਬੈਠ ਗਈ ਕਿ ਆਖਰ ਇਹ ਸ਼ਰਤ ਮੈਂ ਕਿਵੇਂ ਮੰਨਾਂ? ਮੈਂ ਕੀ ਕਰਾਂ? ਮੈਂ ਇਹ ਸੋਚਦੀ ਰਹੀ ਪਰ ਮੈਨੂੰ ਕੁਝ ਸਮਝ ਨਹੀਂ ਆਈ ਅਤੇ ਫਿਰ ਮੇਰਾ ਖਾਣਾ ਵੀ ਸੜ ਗਿਆ ਅਤੇ ਮੈਂ ਨਾ ਤਾਂ ਨਾਸ਼ਤਾ ਕਰ ਸਕੀ ਤੇ ਨਾ ਹੀ ਕੁਝ ਹੋਰ ਤੇ ਮੈਂ ਰਸੋਈ ਵਿੱਚ ਬੈਠ ਕੇ ਰੋਂਦੀ ਰਹੀ। ਅਮਨ ਕਿਤੇ ਬਾਹਰ ਗਿਆ ਹੋਇਆ ਸੀ। ਮੇਰੇ ਦਿਲ ਵਿੱਚ ਉਸ ਲਈ ਸਿਰਫ ਨਫ਼ਰਤ ਭਰ ਗਈ ਸੀ ਕਿ ਇਹ ਛੋਟਾ ਮੁੰਡਾ ਮੇਰੇ ਅਮਨ ਚੈਨ ਦਾ ਇੰਨਾ ਵੱਡਾ ਦੁਸ਼ਮਣ ਬਣ ਗਿਆ ਹੈ। ਰੱਬ ਉਸ ਨੂੰ ਬੁੱਧੀ ਦੇਵੇ। ਉਸ ਨੂੰ ਬਾਹਰ ਗਏ ਨੂੰ ਕੁਝ ਹੀ ਸਮਾਂ ਹੋਇਆ ਸੀ ਕਿ ਉਹ ਵਾਪਸ ਆ ਕੇ ਬੋਲਿਆ, ਭਾਬੀ ਫਿਰ ਤੁਸੀਂ ਕੀ ਸੋਚਿਆ? ਮੈਂ ਕਿਹਾ, ਅਮਾ ਤੁਸੀਂ ਇਹ ਸਭ ਕੀ ਕਰ ਰਹੇ ਹੋ? ਤੁਸੀਂ ਮੇਰੇ ਤੋਂ ਬਦਲਾ ਕਿਸ ਗੱਲ ਦਾ ਲੈ ਰਹੇ ਹੋ? ਭਾਬੀ ਜੀ ਮੈਂ ਤੇਰੇ ਤੋਂ ਬਦਲਾ ਕਿਸ ਗੱਲ ਦਾ ਲੈਣਾ ਹੈ? ਤੂੰ ਮੇਰੀ ਮਾਂ ਵਰਗੀ ਹੈ ਤੇ ਫਿਰ ਕੌਣ ਆਪਣੀ ਮਾਂ ਨੂੰ ਤੰਗ ਕਰਦਾ ਹੈ? ਉਸ ਦੀ ਹਰ ਇੱਕ ਗੱਲ ਸ਼ੈਤਾਨੀ ਨਾਲ ਭਰੀ ਹੋਈ ਸੀ। ਮੇਰਾ ਮਨ ਕਰਦਾ ਸੀ ਕਿ ਮੈਂ ਉਸ ਦੀ ਗੱਲ ਤੇ ਇੰਨਾ ਜ਼ੋਰਦਾਰ ਥੱਪੜ ਮਾਰਾਂ ਕਿ ਉਹ ਹੋਸ਼ ਵਿੱਚ ਆ ਜਾਵੇ। ਫਿਰ ਉਹ ਕਹਿਣ ਲੱਗਾ, ਭਾਬੀ ਫਿਰ ਅੱਜ ਰਾਤ ਤਿਆਰ ਰਹੋ, ਮੈਂ ਤੁਹਾਡਾ ਇੰਤਜ਼ਾਰ ਕਰਾਂਗਾ। ਰੱਬ ਮੈਨੂੰ ਕਿਸ ਗੁਨਾਹ ਦੀ ਸਜ਼ਾ ਦੇ ਰਿਹਾ ਹੈ? ਮੈਂ ਤਾਂ ਇਹੀ ਅਰਦਾਸ ਕਰ ਰਹੀ ਸੀ ਕਿ ਪਰਮਾਤਮਾ ਦਿਨ ਇੰਨਾ ਲੰਮਾ ਕਰ ਦੇ ਕਿ ਰਾਤ ਕਦੇ ਨਾ ਹੋਵੇ। ਮੇਰੇ ਚਿਹਰੇ ਤੇ ਕਾਲਸ਼ ਮਲ ਦੇਣੀ ਸੀ ਤੇ ਇਸ ਕਾਲਸ਼ ਨੇ ਮੇਰੇ ਦਿਨ ਦੀ ਰੋਸ਼ਨੀ ਨੂੰ ਹਨੇਰਾ ਕਰ ਦੇਣਾ ਸੀ। ਮੈਂ ਚੁੱਪਚਾਪ ਬੈਠੀ ਦੇਖ ਰਹੀ ਸੀ ਕਿ ਦਿਨ ਢਲਣ ਲੱਗਾ ਹੈ ਤੇ ਰਾਤ ਹੋਣ ਵਿੱਚ ਥੋੜਾ ਹੀ ਸਮਾਂ ਬਚਿਆ ਸੀ। ਜਲਦੀ ਹੀ ਰਾਤ ਦੇ 9 ਵੱਜ ਗਏ ਅਤੇ ਮੈਂ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਖਾਣਾ ਬਣਾਉਣ ਤੋਂ ਬਾਅਦ ਮੈਂ ਇਸ਼ਨਾਨ ਕੀਤਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਨ ਲੱਗੀ। ਮੈਂ ਅਜੇ ਪ੍ਰਾਰਥਨਾ ਕਰਨ ਲਈ ਖੜੀ ਹੋਈ ਸੀ ਕਿ ਦਰਵਾਜ਼ੇ ਤੇ ਖੜਕਣ ਦੀ ਆਵਾਜ਼ ਆਉਣ ਲੱਗੀ, ਪਰ ਮੈਂ ਇਸ ਵੱਲ ਧਿਆਨ ਦਿੱਤੇ ਬਿਨਾਂ ਪੂਜਾ ਜਾਰੀ ਰੱਖੀ। ਦਰਵਾਜ਼ਾ ਅਜੇ ਵੀ ਖੜਕ ਰਿਹਾ ਸੀ ਪਰ ਮੈਂ ਇਸ ਪਾਪ ਤੋਂ ਬਚਣ ਲਈ ਰੱਬ ਦੇ ਸਾਹਮਣੇ ਖੜਨਾ ਚਾਹੁੰਦੀ ਸੀ। ਹੁਣ ਦਰਵਾਜ਼ੇ ਦਾ ਖੜਕਣਾ ਰੁਕ ਗਿਆ ਸੀ ਅਤੇ ਮੈਂ ਪੂਜਾ ਵੀ ਖਤਮ ਕਰ ਲਈ ਸੀ। ਉਦੋਂ ਹੀ ਮੈਨੂੰ ਬਾਹਰ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਜਲਦੀ ਉੱਠ ਕੇ ਆਪਣੇ ਕਮਰੇ ਨੂੰ ਤਾਲਾ ਲਗਾ ਲਿਆ। ਦਰਵਾਜ਼ੇ ਤੇ ਸਿਰਫ ਸ਼ਾਂਤੀ ਸੀ। ਉਸ ਕੋਲ ਘਰ ਦੀ ਡੁਪਲੀਕੇਟ ਚਾਬੀ ਸੀ ਜਿਸ ਕਰਕੇ ਉਹ ਪਹਿਲਾਂ ਹੀ ਘਰ ਅੰਦਰ ਵੜ ਗਿਆ ਸੀ। ਉਸਨੇ ਜ਼ੋਰ-ਜ਼ੋਰ ਨਾਲ ਮੇਰਾ ਦਰਵਾਜ਼ਾ ਖੜਕਾਇਆ ਪਰ ਮੈਂ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਉਸ ਦੀ ਆਵਾਜ਼ ਆਈ ਕਿ ਭਾਬੀ ਤੁਸੀਂ ਆਪਣੇ ਲਈ ਮੁਸੀਬਤ ਖੜੀ ਕਰ ਰਹੇ ਹੋ। ਜੇ ਤੁਸੀਂ ਆਪਣੇ ਬਾਰੇ ਨਹੀਂ ਸੋਚੋਗੇ ਤਾਂ ਕੋਈ ਤੁਹਾਡੇ ਬਾਰੇ ਕਿਵੇਂ ਸੋਚੇਗਾ? ਇਸ ਲਈ ਉਹ ਬਹੁਤ ਦੇਰ ਦਰਵਾਜ਼ੇ ਤੇ ਖੜਾ ਰਿਹਾ ਅਤੇ ਫਿਰ ਚਲਾ ਗਿਆ। ਪਰ ਮੈਂ ਵੀ ਇਹ ਫੈਸਲਾ ਕਰ ਲਿਆ ਸੀ ਕਿ ਮੈਂ ਅੱਜ ਰਾਤ ਦਰਵਾਜ਼ਾ ਨਹੀਂ ਖੋਲਾਂਗੀ, ਭਾਵੇਂ ਕੁਝ ਵੀ ਹੋ ਜਾਵੇ। ਮੈਂ ਦੇਖ ਲਵਾਂਗੀ। ਮੈਂ ਸਾਰੀ ਰਾਤ ਸ਼ਾਂਤੀ ਨਾਲ ਸੌਂ ਕੇ ਗੁਜ਼ਾਰੀ ਅਤੇ ਫਿਰ ਸਵੇਰੇ ਉੱਠਦਿਆਂ ਹੀ ਮੈਂ ਰਸੋਈ ਵਿੱਚ ਜਾ ਕੇ ਅਮਨ ਨੂੰ ਕਿਹਾ ਕਿ ਅੱਜ ਤੋਂ ਉਹ ਆਪ ਸਕੂਲ ਚਲਾ ਜਾਵੇ ਕਿਉਂਕਿ ਮੇਰੇ ਕੋਲ ਬਹੁਤ ਕੰਮ ਹਨ। ਉਹ ਮੇਰੇ ਚਿਹਰੇ ਵੱਲ ਦੇਖ ਰਿਹਾ ਸੀ। ਉਸਨੇ ਮੈਨੂੰ ਇੱਕ ਵੀ ਸ਼ਬਦ ਨਹੀਂ ਕਿਹਾ। ਨਾਲ ਹੀ ਉਸਨੇ ਆਪਣਾ ਬੈਗ ਚੁੱਕ ਲਿਆ ਅਤੇ ਘਰੋਂ ਬਾਹਰ ਚਲਾ ਗਿਆ। ਕੁਝ ਸਮੇਂ ਬਾਅਦ ਮੈਂ ਆਪਣਾ ਰਸਤਾ ਬਦਲ ਕੇ ਉਸ ਦੇ ਪਿੱਛੇ ਚਲੀ ਗਈ ਕਿਉਂਕਿ ਮੈਂ ਇਹ ਦੇਖਣਾ ਚਾਹੁੰਦੀ ਸੀ ਕਿ ਉਹ ਕਿਸ ਤਰ੍ਹਾਂ ਦੇ ਕੰਮ ਕਰਦਾ ਹੈ ਅਤੇ ਉਹ ਕਿਸ ਨੂੰ ਮਿਲਦਾ ਹੈ, ਕਿਉਂਕਿ ਉਹ ਛੋਟੀ ਉਮਰ ਵਿੱਚ ਬਹੁਤ ਵੱਡੇ ਕੰਮ ਕਰ ਰਿਹਾ ਸੀ। ਮੈਂ ਉਸ ਦਾ ਪਿੱਛਾ ਕਰ ਰਹੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਮੈਂ ਉਸ ਦੇ ਪਿੱਛੇ ਆ ਰਹੀ ਹਾਂ। ਉਸ ਦੇ ਸਕੂਲ ਪਹੁੰਚ
ਪਹੁੰਚ ਕੇ ਮੈਂ ਗਾਰਡ ਨੂੰ ਪੁੱਛਿਆ ਕਿ ਅਮਨ ਸਕੂਲ ਪਹੁੰਚ ਗਿਆ ਹੈ, ਤਾਂ ਉਸਨੇ ਮੈਨੂੰ ਦੱਸਿਆ ਕਿ ਹਾਂ ਉਹ ਪਹੁੰਚ ਗਿਆ ਹੈ। ਮੈਂ ਕੁਝ ਉਦਾਸ ਹੋ ਕੇ ਘਰ ਵਾਪਸ ਆਉਣ ਲੱਗੀ। ਜਦੋਂ ਮੈਂ ਘਰ ਵਾਪਸ ਆ ਰਹੀ ਸੀ ਤਾਂ ਰਾਸਤੇ ਵਿੱਚ ਹਰਸ਼ ਸਰ ਮੈਨੂੰ ਮਿਲੇ ਅਤੇ ਮੈਨੂੰ ਪੁੱਛਿਆ ਕਿ ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੈਂ ਅਤੀਤ ਨਹੀਂ ਭੁਲਾ ਸਕਦਾ। ਉਹ ਗੁੱਸੇ ਵਿੱਚ ਸੀ। ਉਹ ਮੇਰੇ ਵੱਲ ਲਗਾਤਾਰ ਦੇਖ ਰਿਹਾ ਸੀ। ਪਹਿਲਾਂ ਤਾਂ ਮੈਂ ਤੇਜ਼ੀ ਨਾਲ ਤੁਰਨ ਲੱਗੀ, ਫਿਰ ਜਦੋਂ ਮੈਂ ਉਸ ਨੂੰ ਲਗਾਤਾਰ ਮੇਰਾ ਪਿੱਛਾ ਕਰਦਾ ਦੇਖਿਆ ਤਾਂ ਮੈਂ ਇੱਕ ਥਾਂ ਰੁਕ ਗਈ ਅਤੇ ਮੈਂ ਉਸ ਨੂੰ ਕਿਹਾ, ਜੇ ਅਤੀਤ ਨਹੀਂ ਭੁਲਾਇਆ ਜਾ ਸਕਦਾ ਤਾਂ ਤੁਹਾਨੂੰ ਉਸ ਸਮੇਂ ਗਾਇਬ ਨਹੀਂ ਹੋਣਾ ਚਾਹੀਦਾ ਸੀ। ਅਤੇ ਹੁਣ ਜਦੋਂ ਮੈਂ ਆਪਣੇ ਘਰ ਵਿੱਚ ਬਹੁਤ ਖੁਸ਼ ਹਾਂ ਤਾਂ ਤੁਸੀਂ ਮੇਰੇ ਨਾਲ ਇਹ ਸਭ ਕੁਝ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਕੀ ਤੁਸੀਂ ਸੋਚਦੇ ਹੋ ਕਿ ਇਹ ਸਭ ਕਰਕੇ ਮੈਂ ਅਤੀਤ ਵਿੱਚ ਵਾਪਸ ਚਲੀ ਜਾਵਾਂਗੀ? ਇਸ ਲਈ ਅਜਿਹਾ ਕਦੇ ਨਹੀਂ ਹੋਵੇਗਾ। ਇਹ ਤੁਹਾਡੀ ਗਲਤਫਹਿਮੀ ਹੈ। ਮੈਂ ਉਸ ਨੂੰ ਕਿਹਾ ਤੇ ਤੇਜ਼ੀ ਨਾਲ ਆਪਣੇ ਘਰ ਵੱਲ ਤੁਰ ਪਈ ਤੇ ਘਰ ਦੇ ਅੰਦਰ ਵੜ ਗਈ। ਮੈਂ ਬਹੁਤ ਹੈਰਾਨ ਸੀ ਕਿ ਦਰਵਾਜ਼ੇ ਦਾ ਤਾਲਾ ਹੁਣ ਖੁੱਲਾ ਹੋਇਆ ਸੀ। ਘਰ ਵਿੱਚ ਜਾ ਕੇ ਦੇਖਿਆ ਤਾਂ ਬਹੁਤ ਖੁਸ਼ੀ ਹੋਈ ਕਿ ਮੋਹਨ ਘਰ ਵਿੱਚ ਖੜਾ ਸੀ, ਪਰ ਉਹ ਆਮ ਵਾਂਗ ਮੁਸਕਰਾ ਨਹੀਂ ਰਿਹਾ ਸੀ। ਉਹ ਥੱਕ ਗਿਆ ਸੀ, ਪਰ ਮੈਂ ਤੁਰੰਤ ਜਾ ਕੇ ਉਸ ਨੂੰ ਜੱਫੀ ਪਾ ਲਈ। ਉਹ ਜਲਦੀ ਹੀ ਮੈਨੂੰ ਲੈ ਕੇ ਕਮਰੇ ਵਿੱਚ ਚਲਾ ਗਿਆ। ਮੈਂ ਉਸ ਦੇ ਵਤੀਰੇ ਤੋਂ ਬਹੁਤ ਪਰੇਸ਼ਾਨ ਸੀ ਕਿ ਇਹ ਅਚਾਨਕ ਕਿਉਂ ਹੋ ਰਿਹਾ ਹੈ ਅਤੇ ਕੀ ਹੋ ਰਿਹਾ ਹੈ। ਅਚਾਨਕ ਮੇਰੇ ਦਿਮਾਗ ਵਿੱਚ ਆਇਆ ਕਿ ਸ਼ਾਇਦ ਅਮਨ ਨੇ ਉਹਨਾਂ ਨੂੰ ਕੁਝ ਗਲਤ ਕਿਹਾ ਹੈ। ਜਦੋਂ ਉਹ ਇਸ਼ਨਾਨ ਕਰਕੇ ਬਾਹਰ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਨਾਸ਼ਤਾ ਤਿਆਰ ਕਰ ਲਿਆ ਹੈ, ਆ ਕੇ ਖਾ ਲਓ। ਤੇ ਉਸ ਨੇ ਬੜੇ ਠੰਡੇ ਲਹਿਜੇ ਵਿੱਚ ਜਵਾਬ ਦਿੱਤਾ ਕਿ ਮੈਂ ਨਾਸ਼ਤਾ ਕਰਕੇ ਆਇਆ ਹਾਂ। ਮੈਂ ਉਸ ਦੇ ਨੇੜੇ ਜਾ ਕੇ ਪੁੱਛਿਆ, ਮੋਹਨ ਕੁਝ ਹੋਇਆ ਹੈ? ਤਾਂ ਉਹ ਮੈਨੂੰ ਪੁੱਛਣ ਲੱਗਾ, ਨਹੀਂ ਅਜੇ ਕੁਝ ਨਹੀਂ ਹੋਇਆ, ਪਰ ਬਹੁਤ ਜਲਦੀ ਬਹੁਤ ਕੁਝ ਹੋਣ ਵਾਲਾ ਹੈ। ਤੁਸੀਂ ਜਾਓ, ਮौज ਕਰੋ। ਮੈਂ ਬੇਕਾਬੂ ਹੋ ਕੇ ਰੋਣ ਲੱਗ ਪਈ ਅਤੇ ਸੋਚਣ ਲੱਗੀ ਕਿ ਰੱਬ ਕਿਸ ਤਰ੍ਹਾਂ ਮੈਨੂੰ ਮੇਰੇ ਅਤੀਤ ਤੋਂ ਮੁਕਤ ਕਰ ਦੇਵੇ। ਪਤਾ ਨਹੀਂ ਮੇਰੇ ਕਿਹੜੇ ਗੁਨਾਹ ਦੀ ਸਜ਼ਾ ਮੈਨੂੰ ਮਿਲ ਰਹੀ ਹੈ। ਜਦੋਂ ਅਮਨ ਆਇਆ ਤਾਂ ਮੋਹਨ ਚੰਗੇ ਮੂਡ ਵਿੱਚ ਸੀ ਅਤੇ ਉਸ ਨਾਲ ਖੁਸ਼ੀ ਨਾਲ ਗੱਲਾਂ ਕਰ ਰਿਹਾ ਸੀ। ਮੇਰੇ ਦਿਲ ਵਿੱਚ ਅਮਨ ਲਈ ਇੰਨੀ ਨਫ਼ਰਤ ਸੀ ਕਿ ਇਹ ਮੁੰਡਾ ਮੇਰੇ ਲਈ ਵੱਡੀ ਸਮੱਸਿਆ ਬਣ ਗਿਆ ਸੀ। ਮੋਹਨ ਨੇ ਮੈਨੂੰ ਕਿਹਾ ਕਿ ਹੁਣ ਜਦੋਂ ਮੈਂ ਆ ਗਿਆ ਹਾਂ ਤਾਂ ਚੰਗਾ ਰਹੇਗਾ ਕਿ ਤੁਸੀਂ ਕੁਝ ਦਿਨ ਆਪਣੀ ਮਾਂ ਦੇ ਘਰ ਰਹੋ। ਮੈਂ ਕਿਹਾ, ਪਰ ਮੈਂ ਕਿਉਂ ਜਾਵਾਂ? ਹੁਣ ਜਦੋਂ ਤੁਸੀਂ ਘਰ ਵਾਪਸ ਆ ਗਏ ਹੋ ਮੈਂ ਕਿਤੇ ਨਹੀਂ ਜਾਣਾ ਚਾਹੁੰਦੀ। ਪਰ ਰੱਬ ਦੇ ਮਨ ਵਿੱਚ ਕੁਝ ਹੋਰ ਹੀ ਸੀ। ਅਤੇ ਫਿਰ ਸ਼ਾਮ ਨੂੰ ਮੈਨੂੰ ਮੇਰੇ ਘਰੋਂ ਫੋਨ ਆਇਆ ਕਿ ਮੇਰੀ ਛੋਟੀ ਭਾਬੀ ਬਹੁਤ ਬਿਮਾਰ ਹੈ, ਇਸ ਲਈ ਮੈਨੂੰ ਜਲਦੀ ਹੀ ਉੱਥੇ ਜਾਣਾ ਹੋਵੇਗਾ। ਮੋਹਨ ਨੇ ਮੈਨੂੰ ਮਾਂ ਦੇ ਘਰ ਦੇ ਬਾਹਰ ਉਤਾਰਿਆ ਅਤੇ ਵਾਪਸ ਆ ਗਿਆ। ਪਰ ਜਿਵੇਂ ਹੀ ਮੈਂ ਘਰ ਦੇ ਅੰਦਰ ਗਈ ਤਾਂ ਮੇਰੀ ਨਜ਼ਰ ਸਾਹਮਣੇ ਬੈਠੇ ਵਿਅਕਤੀ ਤੇ ਪਈ ਤਾਂ ਮੇਰਾ ਸਾਹ ਰੁਕ ਗਿਆ। ਹਰਸ਼ ਸਾਹਮਣੇ ਸੋਫੇ ਤੇ ਬੈਠਾ ਸੀ। ਉਸਨੇ ਮੈਨੂੰ ਨਹੀਂ ਦੇਖਿਆ, ਇਸ ਲਈ ਮੈਂ ਝਟ ਭਾਬੀ ਦੇ ਕਮਰੇ ਵੱਲ ਭੱਜੀ ਜਿੱਥੇ ਉਹ ਪੂਰੀ ਤਰ੍ਹਾਂ ਠੀਕ ਬੈਠੀ ਸੀ ਅਤੇ ਮੁਸਕਰਾ ਰਹੀ ਸੀ। ਭਾਬੀ, ਇਹ ਕੀ ਹੈ? ਜਦੋਂ ਤੁਸੀਂ ਬਿਲਕੁਲ ਠੀਕ ਹੋ ਤਾਂ ਤੁਸੀਂ ਮੈਨੂੰ ਇੱਥੇ ਕਿਉਂ ਬੁਲਾਇਆ? ਉਹ ਸਭ ਤਾਂ ਠੀਕ ਆ, ਬਾਹਰ ਬੈਠਾ ਇਹ ਬੰਦਾ ਮੇਰੀ ਭੈਣ ਦੇ ਰਿਸ਼ਤੇ ਲਈ ਆਇਆ ਹੈ। ਮੈਂ ਉਸ ਨੂੰ ਇੱਥੇ ਬੁਲਾਇਆ ਤਾਂ ਜੋ ਉਹ ਤੁਹਾਡੇ ਭਰਾ ਨੂੰ ਖੁੱਲ੍ਹ ਕੇ ਮਿਲ ਸਕੇ ਅਤੇ ਇੱਕ ਦੂਜੇ ਨਾਲ ਗੱਲ ਵੀ ਕਰ ਸਕੇ, ਕਿਉਂਕਿ ਉਸਦੇ ਮਾਤਾ ਪਿਤਾ ਨਹੀਂ ਹਨ ਅਤੇ ਉਸਨੇ ਜੋ ਵੀ ਕਰਨਾ ਹੈ ਉਹ ਖੁਦ ਹੀ ਕਰਨਾ ਹੈ। ਭਾਬੀ ਇਹ ਬੜੀ ਖੁਸ਼ੀ ਨਾਲ ਦੱਸ ਰਹੀ ਸੀ। ਮੈਂ ਉਸਦੇ ਚਿਹਰੇ ਵੱਲ ਦੇਖ ਰਹੀ ਸੀ। ਜੇ ਤੁਸੀਂ ਉਸ ਨਾਲ ਰਿਸ਼ਤਾ ਕਰਨਾ ਹੈ ਤਾਂ ਝੂਠ ਬੋਲ ਕੇ ਮੈਨੂੰ ਇੱਥੇ ਬੁਲਾਉਣ ਦਾ ਕੀ ਮਕਸਦ? ਮੈਂ ਆਪਣੀ ਭਾਬੀ ਨਾਲ ਸੱਚਮੁੱਚ ਗੁੱਸੇ ਸੀ, ਇਸ ਲਈ ਮੈਂ ਕੋਈ ਗੱਲ ਨਹੀਂ ਕਰ ਰਹੀ ਸੀ। ਉਹ ਲਗਾਤਾਰ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੈਂ ਇੱਕ ਪਾਸੇ ਮੂੰਹ ਕਰਕੇ ਬੈਠ ਗਈ। ਕੁਝ ਸਮੇਂ ਬਾਅਦ ਭਰਾ ਨੇ ਸਾਨੂੰ ਸਾਰੀਆਂ ਨੂੰ ਖਾਣਾ ਖਾਣ ਲਈ ਕਿਹਾ। ਮੈਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਮੈਨੂੰ ਉੱਥੇ ਉਸ ਦੇ ਸਾਹਮਣੇ ਬੈਠ ਕੇ ਉਸ ਨਾਲ ਖਾਣਾ ਪੈ ਰਿਹਾ ਸੀ। ਹਰਸ਼ ਦੀਆਂ ਅੱਖਾਂ ਲਗਾਤਾਰ ਮੇਰੇ ਵੱਲ ਦੇਖ ਰਹੀਆਂ ਸਨ, ਇਸ ਲਈ ਮੈਂ ਬਹੁਤ ਚਿੰਤਤ ਹੋ ਗਈ। ਅਜੇ ਅਸੀਂ ਖਾਣਾ ਖਾ ਹੀ ਰਹੇ ਸੀ ਕਿ ਅਮਨ ਤੇ ਮੋਹਨ ਵੀ ਆ ਗਏ। ਵਾਹ ਵਾਹ, ਇੱਥੇ ਇੱਕ ਵੱਡੀ ਪਾਰਟੀ ਹੋ ਰਹੀ ਹੈ, ਉਹ ਵੀ ਸਾਡੇ ਤੋਂ ਬਿਨਾਂ। ਅਮਨ ਨੇ ਆਉਂਦਿਆਂ ਹੀ ਪਨੀਰ ਚੁੱਕ ਲਿਆ ਤੇ ਖਾਂਦੇ ਹੋਏ ਉੱਚੀ ਆਵਾਜ਼ ਵਿੱਚ ਕਿਹਾ। ਜਦੋਂ ਉਹ ਦੋਵੇਂ ਆਏ ਸਨ ਤਾਂ ਹਰਸ਼ ਬਾਥਰੂਮ ਵੱਲ ਚਲਾ ਗਿਆ ਸੀ, ਪਰ ਅਮਨ ਨੇ ਉਹਨਾਂ ਨੂੰ ਦੇਖ ਲਿਆ ਸੀ ਅਤੇ ਇੰਤਜ਼ਾਰ ਕਰ ਰਿਹਾ ਸੀ। ਪਰ ਹਰਸ਼ ਚਲਾ ਗਿਆ ਸੀ, ਉਸ ਨੂੰ ਕੋਈ ਜ਼ਰੂਰੀ ਕੰਮ ਸੀ। ਮੋਹਨ ਤੇ ਅਮਨ ਨੂੰ ਵੀ ਭਰਾ ਨੇ ਹੀ ਬੁਲਾਇਆ ਸੀ। ਉਹ ਸਭ ਨੂੰ ਸਰਪ੍ਰਾਈਜ਼ ਦੇ ਰਹੇ ਸਨ। ਫਿਰ ਅਮਨ ਅਤੇ ਮੋਹਨ ਚਲੇ ਗਏ ਸਨ
ਅਤੇ ਮੋਹਨ ਨੇ ਮੈਨੂੰ ਕੁਝ ਦਿਨ ਹੋਰ ਇੱਥੇ ਰਹਿਣ ਲਈ ਕਿਹਾ ਸੀ। ਮੈਂ ਅਗਲੇ ਕੁਝ ਦਿਨ ਇੱਥੇ ਰਹੀ ਅਤੇ ਭਾਬੀ ਨਾਲ ਖਰੀਦਦਾਰੀ ਕਰਨ ਜਾਂਦੀ ਰਹੀ। ਭਾਬੀ ਹਰਸ਼ ਦੀਆਂ ਬਹੁਤ ਸਾਰੀਆਂ ਤਾਰੀਫਾਂ ਕਰਦੀ। ਉਸ ਦੀ ਹਰ ਗੱਲ ਹਰਸ਼ ਤੋਂ ਸ਼ੁਰੂ ਹੁੰਦੀ ਤੇ ਉਸ ਤੇ ਖਤਮ ਹੁੰਦੀ। ਉਹ ਬਹੁਤ ਖੁਸ਼ ਸੀ ਅਤੇ ਇੱਕ ਦਿਨ ਜਦੋਂ ਅਸੀਂ ਖਰੀਦਦਾਰੀ ਕਰ ਰਹੇ ਸੀ ਤਾਂ ਭਾਬੀ ਨੂੰ ਯਾਦ ਆਇਆ ਕਿ ਉਹ ਸਾੜੀ ਨਾਲ ਮੇਲ ਖਾਂਦਾ ਬਲਾਊਜ਼ ਦੁਕਾਨ ਤੇ ਹੀ ਛੱਡ ਆਈ ਸੀ। ਮੇਰੇ ਕੋਲ ਬਹੁਤ ਸਾਰਾ ਸਮਾਨ ਸੀ, ਇਸ ਲਈ ਮੈਂ ਸਾਰਾ ਸਮਾਨ ਲੈ ਕੇ ਉੱਥੇ ਇੱਕ ਪਾਸੇ ਬੈਠ ਗਈ ਅਤੇ ਆਪਣੀ ਭਾਬੀ ਨੂੰ ਕਿਹਾ ਕਿ ਜਾ ਕੇ ਸਮਾਨ ਚੁੱਕ ਲਿਆ। ਉਹ ਉੱਥੇ ਗਈ ਅਤੇ ਮੈਂ ਉੱਥੇ ਇੱਕ ਪਾਸੇ ਬੈਠ ਗਈ। ਫਿਰ ਮੈਂ ਆਪਣੇ ਨੇੜੇ ਕਿਸੇ ਦੀ ਮੌਜੂਦਗੀ ਮਹਿਸੂਸ ਕੀਤੀ ਅਤੇ ਉਹ ਹਰਸ਼ ਸੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਲਗਾਤਾਰ ਮੇਰਾ ਪਿੱਛਾ ਕਿਉਂ ਕਰ ਰਿਹਾ ਹੈ, ਤੁਸੀਂ ਕੀ ਚਾਹੁੰਦੇ ਹੋ? ਤਾਂ ਉਸ ਨੇ ਕਿਹਾ ਕਿ ਮੈਂ ਤੁਹਾਡੇ ਪਿੱਛੇ ਕਿਉਂ ਆਵਾਂਗਾ। ਉਸ ਨੇ ਕਿਹਾ ਕਿ ਤੁਹਾਨੂੰ ਐਂ ਕਿਉਂ ਲੱਗਦਾ ਹੈ ਕਿ ਤੁਹਾਡੇ ਆਲੇ ਦੁਆਲੇ ਹੀ ਸਮੱਸਿਆਵਾਂ ਹਨ। ਉਹ ਬੜੀ ਹੈਰਾਨੀ ਨਾਲ ਮੈਨੂੰ ਇਹ ਸਵਾਲ ਪੁੱਛ ਰਿਹਾ ਸੀ। ਪਤਾ ਨਹੀਂ ਕਿਉਂ ਮੇਰੇ ਹੰਝੂ ਜੋ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ, ਜਦੋਂ ਉਸਨੇ ਇਹ ਪੁੱਛਿਆ ਤਾਂ ਬਹਿਣ ਲੱਗੇ। ਉਸਨੇ ਅੱਗੇ ਵੱਧ ਕੇ ਮੈਨੂੰ ਰੁਮਾਲ ਦਿੱਤਾ। ਮੈਨੂੰ ਨਹੀਂ ਪਤਾ ਕਿ ਮੈਂ ਉਸ ਰੁਮਾਲ ਨੂੰ ਕਿਵੇਂ ਫੜ ਲਿਆ ਅਤੇ ਫਿਰ ਇਸ ਨਾਲ ਆਪਣੇ ਹੰਝੂ ਪੂੰਝੇ। ਕੁਝ ਦੇਰ ਬਾਅਦ ਭਾਬੀ ਵੀ ਆ ਗਈ। ਮੈਨੂੰ ਨਹੀਂ ਪਤਾ ਕਿ ਭਾਬੀ ਨੇ ਉਸ ਨੂੰ ਦੇਖਿਆ ਕਿ ਨਹੀਂ, ਪਰ ਉਸਨੇ ਮੈਨੂੰ ਕੋਈ ਸਵਾਲ ਨਹੀਂ ਪੁੱਛਿਆ। ਉਹ ਚੁੱਪਚਾਪ ਮੇਰੇ ਵੱਲ ਦੇਖਦੀ ਰਹੀ। ਮੇਰਾ ਸੁੱਜਿਆ ਹੋਇਆ ਨੱਕ ਅਤੇ ਅੱਖਾਂ ਉਹਨਾਂ ਨੂੰ ਬਹੁਤ ਕੁਝ ਦੱਸ ਰਹੀਆਂ ਸਨ। ਭਾਬੀ ਨੇ ਬੜੇ ਪਿਆਰ ਨਾਲ ਪੁੱਛਿਆ, ਕੀ ਹੋਇਆ? ਮੈਂ ਬੜੇ ਸਹਿਜ ਨਾਲ ਜਵਾਬ ਦਿੱਤਾ ਕਿ ਮੈਂ ਮੰਮੀ ਡੈਡੀ ਨੂੰ ਬਹੁਤ ਯਾਦ ਕਰ ਰਹੀ ਸੀ। ਉਹ ਮੈਨੂੰ ਜੱਫੀ ਪਾ ਕੇ ਆਪਣੇ ਨਾਲ ਲੈ ਗਈ। ਅੱਜ ਅਸੀਂ ਬਸ ਇੰਨੀ ਹੀ ਖਰੀਦਦਾਰੀ ਕਰ ਸਕੇ ਕਿਉਂਕਿ ਮੈਂ ਠੀਕ ਮਹਿਸੂਸ ਨਹੀਂ ਕਰ ਰਹੀ ਸੀ। ਜਦੋਂ ਅਸੀਂ ਘਰ ਪਹੁੰਚੇ ਤਾਂ ਮੇਰੇ ਭਰਾ ਦੀ ਬਹੁਤ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਆਵਾਜ਼ ਸੁਣਾਈ ਦਿੱਤੀ, ਜਿਵੇਂ ਉਹ ਕਿਸੇ ਨਾਲ ਲੜ ਰਿਹਾ ਹੋਵੇ। ਜਦੋਂ ਅਸੀਂ ਅੰਦਰ ਗਏ ਤਾਂ ਅੰਦਰ ਮੋਹਨ ਬੈਠਾ ਸੀ ਅਤੇ ਉਹ ਮੇਰੇ ਬਾਰੇ ਕੁਝ ਗਲਤ ਕਹਿ ਰਿਹਾ ਸੀ ਕਿ ਮੈਂ ਇੱਕ ਅਵਾਰਾ ਕੁੜੀ ਹਾਂ ਜੋ ਮਾਲ ਦੇ ਰੈਸਟੋਰੈਂਟਾਂ ਵਿੱਚ ਲੜਕਿਆਂ ਨੂੰ ਮਿਲਦੀ ਰਹਿੰਦੀ ਹੈ। ਮੇਰਾ ਭਰਾ ਇਹ ਸਭ ਕੁਝ ਬਰਦਾਸ਼ਤ ਨਾ ਕਰ ਸਕਿਆ ਅਤੇ ਉਹ ਮੇਰੇ ਵੱਲ ਵਧਿਆ ਅਤੇ ਪੁੱਛਣ ਲੱਗਾ ਕਿ ਇਹ ਸਭ ਕੀ ਹੈ। ਤਾਂ ਮੋਹਨ ਕਹਿਣ ਲੱਗਾ, ਇਹ ਕੀ ਦੱਸੇਗੀ? ਇਹ ਸਾਡੀ ਮਾੜੀ ਕਿਸਮਤ ਸੀ ਕਿ ਅਸੀਂ ਇਸ ਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ। ਬਸ ਇਸ ਨੂੰ ਇੱਥੇ ਹੀ ਰੱਖੋ। ਹੁਣ ਮੈਂ ਇਸ ਨਾਲ ਕੋਈ ਸਬੰਧ ਨਹੀਂ ਰੱਖਣਾ। ਜਦੋਂ ਮੈਂ ਮੋਹਨ ਦੀ ਇਹ ਗੱਲ ਅਚਾਨਕ ਸੁਣੀ ਤਾਂ ਮੈਂ ਆਪਣੇ ਭਰਾ ਨੂੰ ਕਿਹਾ ਕਿ ਹਰਸ਼ ਅਤੇ ਅਮਨ ਨੂੰ ਹੁਣੇ ਫੋਨ ਕਰਕੇ ਬੁਲਾਓ। ਭਰਾ ਨੇ ਤੁਰੰਤ ਫੋਨ ਕਰਕੇ ਦੋਵਾਂ ਨੂੰ ਇੱਥੇ ਬੁਲਾਇਆ ਅਤੇ ਉਹ ਕੁਝ ਸਮੇਂ ਵਿੱਚ ਹੀ ਇੱਥੇ ਆ ਗਏ। ਜਿਵੇਂ ਹੀ ਹਰਸ਼ ਘਰ ਵਿੱਚ ਆਇਆ ਤਾਂ ਉਸ ਦੀ ਨਜ਼ਰ ਮੋਹਨ ਤੇ ਪਈ। ਜਦੋਂ ਮੋਹਨ ਨੇ ਹਰਸ਼ ਨੂੰ ਦੇਖਿਆ ਤਾਂ ਦੋਵੇਂ ਰੋ ਪਏ। ਮੋਹਨ ਨੇ ਅੱਗੇ ਆ ਕੇ ਹਰਸ਼ ਨੂੰ ਜੱਫੀ ਪਾ ਲਈ। ਇਹ ਮੇਰਾ ਭਰਾ ਹੈ ਜੋ ਕੁਝ ਸਾਲ ਪਹਿਲਾਂ ਕਿਤੇ ਗਾਇਬ ਹੋ ਗਿਆ ਸੀ ਅਤੇ ਹੁਣ ਅਚਾਨਕ ਇੱਥੇ ਆ ਗਿਆ ਹੈ। ਇਹ ਸਭ ਕੀ ਹੈ? ਦੋਵੇਂ ਭਰਾ ਅਤੀਤ ਵਿੱਚ ਚਲੇ ਗਏ ਜਿੱਥੇ ਉਹਨਾਂ ਨੂੰ ਅਚਾਨਕ ਸਭ ਕੁਝ ਯਾਦ ਆਉਣ ਲੱਗਾ। ਹਰਸ਼ ਕਹਿਣ ਲੱਗਾ ਕਿ ਜਦੋਂ ਮੇਰੀ ਮਾਂ ਦੀ ਮੌਤ ਹੋਈ ਤਾਂ ਮੈਂ ਫੌਜ ਵਿੱਚ ਭਰਤੀ ਹੋ ਗਿਆ ਸੀ ਅਤੇ ਫੌਜੀ ਜਵਾਨਾਂ ਦੀ ਨੌਕਰੀ ਇਹੋ ਜਿਹੀ ਹੈ, ਕਦੇ ਇੱਥੇ ਅਤੇ ਕਦੇ ਉੱਥੇ। ਅਤੇ ਜਦੋਂ ਮੇਰੀ ਸਿਖਲਾਈ ਖਤਮ ਹੋ ਗਈ ਮੈਂ ਸਰਹੰਦ ਦੇ ਬਿਲਕੁਲ ਨੇੜੇ ਤਾਇਨਾਤ ਸੀ। ਉੱਥੇ ਇੱਕ ਚੇਤਾਵਨੀ ਦਾ ਚਿੰਨ੍ਹ ਲਗਾਇਆ ਤਾਂ ਹੋਇਆ ਸੀ, ਪਰ ਮੈਂ ਰਾਤ ਦੇ ਹਨੇਰੇ ਵਿੱਚ ਇਹ ਨਹੀਂ ਦੇਖ ਸਕਿਆ ਤੇ ਮੈਂ ਸਰਹੰਦ ਪਾਰ ਕਰਕੇ ਕਿਸੇ ਹੋਰ ਦੇਸ਼ ਵਿੱਚ ਚਲਾ ਗਿਆ ਤਾਂ ਉੱਥੇ ਮੈਨੂੰ ਕੈਦ ਕਰ ਲਿਆ। ਫਿਰ ਮੈਂ ਉੱਥੇ 5 ਸਾਲ ਰਿਹਾ। ਉੱਥੇ ਦੇ 5 ਸਾਲ ਮੇਰੇ ਲਈ 500 ਸਾਲਾਂ ਦੇ ਬਰਾਬਰ ਸਨ ਕਿਉਂਕਿ ਉੱਥੇ ਬਹੁਤ ਮਾੜੀਆਂ ਜੇਲ੍ਹਾਂ ਸਨ। ਹਰ ਰੋਜ਼ ਜ਼ੁਲਮ ਹੁੰਦੇ ਸਨ। ਅਤੇ ਫਿਰ ਮੈਂ ਆਪਣੀ ਚੈਨ ਲਾ ਕੇ ਇੱਕ ਦੋਸਤ ਨੂੰ ਦਿੱਤੀ ਅਤੇ ਕਿਹਾ ਕਿ ਜੇਕਰ ਮੈਂ ਇੱਥੇ ਮਰ ਗਿਆ ਤਾਂ ਇਹ ਚੈਨ ਮੇਰੇ ਦੇਸ਼ ਮੇਰੇ ਪਿਤਾ ਨੂੰ ਭੇਜ ਦੇਣਾ। ਅਤੇ ਸਮੱਸਿਆ ਇਹ ਸੀ ਕਿ ਉਹ ਮੇਰੇ ਤੋਂ ਪਹਿਲਾਂ ਉੱਥੋਂ ਮਰ ਗਿਆ। ਜਦੋਂ ਖਬਰ ਅਖਬਾਰ ਵਿੱਚ ਲੱਗੀ ਤਾਂ ਉਸ ਦੀ ਚੈਨ ਬਹੁਤ ਜ਼ੂਮ ਕਰਕੇ ਦਿਖਾਈ ਗਈ ਸੀ। ਜਦੋਂ ਮੇਰੇ ਪਰਿਵਾਰਕ ਮੈਂਬਰਾਂ ਨੇ ਇਹ ਖਬਰ ਪੜ੍ਹੀ ਤਾਂ ਉਹ ਰੋਣ ਲੱਗੇ ਤੇ ਸੋਚ ਲਿਆ ਕਿ ਮੈਂ ਮਰ ਗਿਆ। ਸਾਡੇ ਚਾਚਾ ਚਾਚੀ ਬਹੁਤ ਖੁਸ਼ ਸਨ ਕਿ ਇੱਕ ਪੁੱਤਰ ਤਾਂ ਚਲਾ ਗਿਆ, ਹੁਣ ਸਾਰੀ ਜਾਇਦਾਦ ਦੇ ਵਾਰਿਸ ਅਸੀਂ ਆਪ ਹੀ ਹੋਵਾਂਗੇ। ਇਸ ਲਈ ਅਚਾਨਕ ਸਾਰਿਆਂ ਦੇ ਸਾਹਮਣੇ ਆਉਣਾ ਮੇਰੇ ਲਈ ਖਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਮੈਂ ਕਿਸੇ ਦੇ ਸਾਹਮਣੇ ਨਹੀਂ ਆਇਆ
ਪਰ ਮੇਰੇ ਪਿਤਾ ਨੇ ਉਸੇ ਸਰਹੰਦ ਦੇ ਨੇੜੇ ਡੇਰਾ ਲਾਇਆ, ਕਿਉਂਕਿ ਉਹ ਸੋਚਦਾ ਸੀ ਕਿ ਮੈਂ ਜਿੰਦਾ ਹਾਂ ਅਤੇ ਉਸ ਦੀਆਂ ਪ੍ਰਾਰਥਨਾਵਾਂ ਨੇ ਮੈਨੂੰ ਜਿੰਦਾ ਰੱਖਿਆ। ਜਦੋਂ ਮੈਂ ਕੈਦ ਤੋਂ ਬਾਹਰ ਆਇਆ ਤਾਂ ਮੇਰੇ ਪਿਤਾ ਜੀ ਸਰਹੰਦ ਦੇ ਨੇੜੇ ਝੁੱਗੀ ਵਿੱਚ ਰਹਿੰਦੇ ਸਨ। ਉਹਨਾਂ ਦੀ ਸ਼ਕਲ ਅਜੇ ਵੀ ਅਜਿਹੀ ਸੀ ਕਿ ਮੈਂ ਉਹਨਾਂ ਨੂੰ ਇੰਨੇ ਚਿਰ ਬਾਅਦ ਇੱਕ ਨਜ਼ਰ ਵਿੱਚ ਪਛਾਣ ਲਿਆ। ਜਦੋਂ ਉਹ ਮੇਰੇ ਕੋਲ ਆਇਆ ਤਾਂ ਮੈਂ ਉਹਨਾਂ ਨੂੰ ਆਪਣੇ ਨਾਲ ਘਰ ਲੈ ਆਇਆ। ਹੁਣ ਇੰਨੇ ਸਾਲ ਜੇਲ੍ਹ ਵਿੱਚ ਰਹਿਣ ਅਤੇ ਇੰਨੇ ਜ਼ੁਲਮ ਸਹਿਣ ਤੋਂ ਬਾਅਦ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਮੈਂ ਆਪਣੇ ਘਰ ਦਾ ਪਤਾ ਬਿਲਕੁਲ ਭੁੱਲ ਗਿਆ ਸੀ ਅਤੇ ਪਿਤਾ ਦੀ ਯਾਦਾਸ਼ਤ ਵੀ ਬੁਢਾਪੇ ਅਤੇ ਸਦਮੇ ਕਾਰਨ ਘਟ ਗਈ ਸੀ। ਫਿਰ ਮੈਂ ਭਟਕ ਕੇ ਆਪਣੇ ਸ਼ਹਿਰ ਵਾਪਸ ਆ ਗਿਆ, ਜਿੱਥੇ ਮੈਂ ਇੱਕ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਉੱਥੇ ਮੈਂ ਇੱਕ ਦਿਨ ਅਮਨ ਨੂੰ ਦੇਖਿਆ, ਕਿਉਂਕਿ ਮੇਰੀ ਕੈਦ ਦੌਰਾਨ ਇਹ ਬਹੁਤ ਛੋਟਾ ਸੀ, ਪਰ ਉਸ ਦੀ ਗੱਲ ਤੇ ਇਹ ਲਾਲ ਨਿਸ਼ਾਨ ਉਸ ਦੀ ਨਿਸ਼ਾਨੀ ਬਣ ਗਿਆ ਅਤੇ ਮੈਂ ਉਸ ਨੂੰ ਪਛਾਣ ਲਿਆ ਅਤੇ ਫਿਰ ਮੈਂ ਉਸ ਨਾਲ ਦੋਸਤੀ ਕੀਤੀ ਅਤੇ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ। ਉਸ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਹਰ ਹਾਲਤ ਵਿੱਚ ਆਪਣੇ ਨਾਲ ਘਰ ਲੈ ਜਾਵੇਗਾ। ਫਿਰ ਇੱਕ ਦਿਨ ਜਦੋਂ ਮੈਂ ਆਪਣੀ ਭਾਬੀ ਨੂੰ ਦੇਖਿਆ ਤਾਂ ਮੈਨੂੰ ਕਾਲਜ ਦਾ ਉਹ ਸਮਾਂ ਯਾਦ ਆ ਗਿਆ ਜਦੋਂ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ। ਤਾਂ ਅਮਨ ਨੇ ਕਿਹਾ ਕਿ ਉਹ ਤੁਹਾਨੂੰ ਆਪਣੇ ਨਾਲ ਘਰ ਲੈ ਜਾ ਸਕਦੀ ਹੈ ਅਤੇ ਫਿਰ ਮੈਂ ਉਸ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਰਾਣੀਆਂ ਗੱਲਾਂ ਕਾਰਨ ਇਸ ਔਰਤ ਨੇ ਮੈਨੂੰ ਕੋਈ ਸਨਮਾਨ ਨਹੀਂ ਦਿੱਤਾ। ਸਗੋਂ ਉਹ ਹਮੇਸ਼ਾ ਮੇਰੇ ਨਾਲ ਬਹੁਤ ਸਖਤ ਲਹਿਜੇ ਵਿੱਚ ਗੱਲ ਕਰਦੀ ਸੀ ਅਤੇ ਫਿਰ ਉਸਨੇ ਅਮਨ ਦੀ ਗੱਲ ਵੀ ਨਹੀਂ ਸੁਣੀ। ਪਾਪਾ ਜੀ ਮੇਰੇ ਨਾਲ ਹਨ। ਅਚਾਨਕ ਪਿਛਲੇ ਕਮਰੇ ਵਿੱਚੋਂ ਇੱਕ ਬੁੱਢਾ ਆਦਮੀ ਬਾਹਰ ਆਇਆ ਅਤੇ ਤੁਰੰਤ ਆਪਣੇ ਤਿੰਨਾਂ ਪੁੱਤਰਾਂ ਅਤੇ ਮੈਨੂੰ ਜੱਫੀ ਪਾ ਲਈ। ਹੁਣ ਅਸੀਂ ਸਾਰੇ ਬਹੁਤ ਖੁਸ਼, ਪਰ ਅਮਨ ਦੀ ਖੁਸ਼ੀ ਦੁੱਗਣੀ ਹੋ ਗਈ ਸੀ। ਸਭ ਤੋਂ ਛੋਟਾ ਹੋਣ ਕਾਰਨ ਉਸ ਨੂੰ ਸਭ ਤੋਂ ਵੱਧ ਆਪਣੇ ਮਾਤਾ ਪਿਤਾ ਦੀ ਯਾਦ ਆਉਂਦੀ ਸੀ, ਪਰ ਉਹ ਆਪਣੀ ਮਾਂ ਨੂੰ ਨਹੀਂ ਮਿਲ ਸਕਿਆ। ਪਰ ਇੰਨੇ ਸਾਲਾਂ ਬਾਅਦ ਉਸ ਨੂੰ ਪਿਤਾ ਮਿਲ ਗਿਆ। ਹੁਣ ਸਾਡੇ ਸਾਰਿਆਂ ਦੇ ਚਿਹਰੇ ਚਮਕ ਰਹੇ ਸਨ। ਅਸੀਂ ਬਹੁਤ ਖੁਸ਼ ਸੀ। ਮੋਹਨ ਨੇ ਸਭ ਦੇ ਸਾਹਮਣੇ ਮੇਰੇ ਤੋਂ ਮਾਫੀ ਮੰਗੀ ਅਤੇ ਮੈਂ ਵੀ ਉਸ ਨੂੰ ਦਿਲੋਂ ਮਾਫ ਕਰ ਦਿੱਤਾ ਸੀ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬੈਲ ਨੂੰ ਦਬਾਓ। ਧੰਨਵਾਦ।